ਸੇਵਾ ਮੁਕਤੀ। ਕੰਪਨੀਆਂ ਨੇ ਜਦੋਂ ਕਿਸੇ ਕਰਮਚਾਰੀ ਨੂੰ ਕੱਢਣਾ ਹੁੰਦਾ ਹੈ ਤਾਂ ਉਹ ਬੜੀ ਕੂਲੀ ਅਤੇ ਮਿੱਠੀ ਭਾਸ਼ਾ ਵਰਤਦੇ ਹਨ। ਜਿਵੇਂ ਸ਼੍ਰੀਮਾਨ ਜੀ, ਤੁਸੀਂ 28 ਸਾਲ ਕੰਪਨੀ ਦੀ ਬੜੀ ਤਨਦੇਹੀ ਨਾਲ ਸੇਵਾ ਕੀਤੀ ਹੈ। ਤੁਹਾਡੇ ਯਤਨਾਂ ਸਦਕਾ ਕੰਪਨੀ ਨੇ ਤਰੱਕੀ ਦੀਆਂ ਪੁਲਾਂਘਾਂ ਪੁੱਟੀਆਂ ਹਨ। ਅਸੀਂ ਤੁਹਾਡੀ ਦੇਣ ਦਾ ਮੁੱਲ ਨਹੀਂ ਚੁਕਾ ਸਕਦੇ। ਅੱਜ ਕੱਲ੍ਹ ਕੰਪਨੀ ਵਿਚਲੇ ਅਮਲੇ ਨੂੰ ਨਵੇਂ ਕਰਤੱਵ ਸੌਂਪੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਤੁਹਾਡੇ ਲਈ ਢੁਕਵਾਂ ਸਥਾਨ ਨਹੀਂ ਲੱਭ ਰਿਹਾ। ਸਾਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਵਰਗੇ ਮਾਹਿਰ ਅਤੇ ਯੋਗ ਵਿਅਕਤੀ ਤੋਂ ਬਿਨਾਂ ਅਸੀਂ ਕਿਵੇਂ ਸਾਰਾਂਗੇ, ਪਰ ਕੱਲ੍ਹ ਸਵੇਰ ਤੋਂ ਅਸੀਂ ਸਾਰਨ ਦਾ ਯਤਨ ਕਰਾਂਗੇ। ਕੰਪਨੀ ਤੁਹਾਨੂੰ ਸ਼ੁਭ ਕਾਮਨਾਵਾਂ ਭੇਟ ਕਰਦੀ ਹੈ ਅਤੇ ਭਵਿੱਖ ਵਿੱਚ ਤੁਹਾਡੀ ਸਫਲਤਾ ਦੀ ਕਾਮਨਾ ਕਰਦੀ ਹੈ। ਜੇ ਅਤੇ ਜਦੋਂ ਸੰਭਵ ਹੋਇਆ, ਕੰਪਨੀ ਤੁਹਾਡੀਆਂ ਸੇਵਾਵਾਂ ਤੋਂ ਮੁੜ ਲਾਭ ਉਠਾਉਣ ਨੂੰ ਮਾਣ ਵਾਲੀ ਗੱਲ ਸਮਝੇਗੀ। ਸ਼ਾਮ ਨੂੰ 5 ਵਜੇ ਲੇਖਾ ਵਿਭਾਗ ਤੁਹਾਡੀਆਂ ਬਣਦੀਆਂ ਅਦਾਇਗੀਆਂ ਕਰ ਦੇਵੇਗਾ। ਧੰਨਵਾਦ। ਉੱਤਮ ਪ੍ਰਾਰਥਨਾ। ਇੱਕ ਵਾਰੀ ਇੱਕ ਵਿਅਕਤੀ ਆਪਣੇ ਗੱਡੇ 'ਤੇ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ। ਜਦੋਂ ਪ੍ਰਾਰਥਨਾ ਕਰਨ ਦਾ ਵਕਤ ਆਇਆ ਤਾਂ ਉਸਨੇ ਮਹਿਸੂਸ ਕੀਤਾ ਕਿ ਉਹ ਪ੍ਰਾਰਥਨਾ ਵਾਲੀ ਪੋਥੀ ਘਰ ਭੁੱਲ ਆਇਆ ਸੀ। ਇਹਨਾਂ ਸੋਚਾਂ ਵਿੱਚ ਹੀ ਉਸਦੇ ਗੱਡੇ ਦੇ ਇੱਕ ਪਾਸੇ ਦਾ ਪਹੀਆ ਉਖੜ ਗਿਆ ਸੀ। ਉਸਨੂੰ ਮਹਿਸੂਸ ਹੋ ਗਿਆ ਕਿ ਅਜਿਹਾ ਪੋਥੀ ਨਾ ਲਿਆਉਣ ਕਾਰਨ ਵਾਪਰਿਆ ਸੀ। ਜਿਵੇਂ ਵੀ ਸੀ, ਜਿੱਥੇ ਵੀ ਸੀ, ਉਸਨੇ ਆਪਣੇ ਕੋਲੋਂ ਪ੍ਰਾਰਥਨਾ ਜੋੜ ਕੇ ਕਿਹਾ, ਹੇ ਪਰਮਾਤਮਾ, ਅੱਜ ਮੇਰੇ ਤੋਂ ਪ੍ਰਾਰਥਨਾ ਵਾਲੀ ਪੋਥੀ ਭੁੱਲਣ ਦੀ ਮੂਰਖਤਾ ਹੋਈ ਹੈ। ਮੇਰੀ ਯਾਦ ਸ਼ਕਤੀ ਚੰਗੀ ਨਹੀਂ, ਜਿਸ ਕਾਰਨ ਮੈਨੂੰ ਪ੍ਰਾਰਥਨਾ ਯਾਦ ਨਹੀਂ। ਇਸ ਹਾਲਤ ਵਿੱਚ ਮੈਂ ਆਪਣੀ ਭਾਸ਼ਾ ਦੇ ਸਾਰੇ ਅੱਖਰ 5 ਵਾਰੀ ਬੋਲਾਂਗਾ। ਤੁਸੀਂ ਜਾਣੀ ਜਾਣੋ, ਜਿਹੋ ਜਿਹੀ ਪ੍ਰਾਰਥਨਾ ਤੁਹਾਨੂੰ ਪਸੰਦ ਹੈ ਤੁਸੀਂ ਆਪ ਜੋੜ ਲੈਣਾ। ਕਹਿੰਦੇ ਹਨ, ਜਦੋਂ ਪਰਮਾਤਮਾ ਨੇ ਪ੍ਰਾਰਥਨਾ ਸੁਣੀ ਤਾਂ ਉਸਨੇ ਆਪਣੇ ਅਮਲੇ ਨੂੰ ਦੱਸਿਆ ਕਿ ਇਹ ਸਭ ਤੋਂ ਉੱਤਮ ਪ੍ਰਾਰਥਨਾ ਹੈ, ਕਿਉਂਕਿ ਇਹ ਇੱਕ ਨਿਰਛਲ ਅਤੇ ਸਰਲ ਹਿਰਦੇ ਦੀ ਪ੍ਰਾਰਥਨਾ ਹੈ। ਧੰਨਵਾਦ। ਘਾਟ। ਇੱਕ ਬਹਿਰੇ ਲੜਕੇ ਨੇ ਕਿਹਾ, ਤੁਹਾਡੇ ਸਾਰਿਆਂ ਲਈ ਮੈਂ ਬਹਿਰਾ ਹਾਂ। ਮੇਰੇ ਲਈ ਤੁਸੀਂ ਸਾਰੇ ਗੂੰਗੇ ਹੋ। ਸੰਸਾਰ ਵਿੱਚ ਹਰ ਕਿਸੇ ਵਿੱਚ ਕੋਈ ਨਾ ਕੋਈ ਘਾਟ ਹੈ। ਸੰਸਾਰ ਵਿੱਚ ਹਰ ਕਿਸੇ ਦਾ ਆਪਣਾ ਦ੍ਰਿਸ਼ਟੀਕੋਣ ਹੈ। ਧੰਨਵਾਦ। ਝਗੜੇ ਅਤੇ ਟਕਰਾਓ ਜੀਵਨ ਦਾ ਲਾਜ਼ਮੀ ਭਾਗ ਹੁੰਦੇ ਹਨ। ਕਈ ਝਗੜੇ ਅਦਾਲਤ ਦੀਆਂ ਪੌੜੀਆਂ ਚੜ੍ਹ ਜਾਂਦੇ ਹਨ। ਕਈ ਝਗੜੇ ਕਤਲ ਬਣ ਜਾਂਦੇ ਹਨ। ਬਹੁਤ ਘੱਟ ਲੋਕਾਂ ਦੇ ਆਪਸੀ ਝਗੜੇ ਸਾਫ਼ ਸੁਥਰੇ ਅਤੇ ਪਰਸਪਰ ਸਤਿਕਾਰ ਵਾਲੇ ਹੁੰਦੇ ਹਨ। ਝਗੜੇ ਨੂੰ ਸਾਫ਼ ਸੁਥਰਾ ਰੱਖਣ ਦੇ ਨੇਮ ਹਨ। ਜਿਵੇਂ ਝਗੜੇ ਵਿੱਚ ਦੂਜੇ ਦਾ ਸਹੀ ਅਤੇ ਪੂਰਾ ਨਾਂ ਵਰਤਣਾ ਚਾਹੀਦਾ ਹੈ। ਪੁਰਾਣੇ ਝਗੜਿਆਂ ਦੇ ਹਵਾਲੇ ਨਹੀਂ ਦੇਣੇ ਚਾਹੀਦੇ। ਜਿਸ ਮਸਲੇ ਬਾਰੇ ਝਗੜਾ ਹੈ ਉਸ 'ਤੇ ਕੇਂਦਰਿਤ ਰਹਿਣਾ ਚਾਹੀਦਾ ਹੈ। ਦੂਜੇ ਦੀ ਕਹੀ ਗੱਲ ਦੇ ਆਪਣੇ ਮਨ ਚਾਹੇ ਅਰਥ ਨਹੀਂ ਕੱਢਣੇ ਚਾਹੀਦੇ। ਦੋਸ਼ਾਂ ਦੀ ਭੀੜ ਨਹੀਂ ਕਰਨੀ ਚਾਹੀਦੀ। ਤੂੰ ਹਮੇਸ਼ਾ, ਤੂੰ ਕਦੇ ਨਹੀਂ, ਜਾਂ ਉਹ ਇੱਥੇ ਰਹੇਗੀ ਜਾਂ ਮੈਂ ਰਹਾਂਗੀ, ਜੇ ਤੂੰ ਸ਼ਾਮ ਤੱਕ ਇੱਥੋਂ ਨਾ ਗਈ ਮੈਂ ਧੱਕੇ ਮਾਰ ਕੇ ਕੱਢ ਦਿਆਂਗਾ ਆਦਿ ਵਾਕ ਨਹੀਂ ਵਰਤਣੇ ਚਾਹੀਦੇ। ਭੈੜੇ ਸ਼ਬਦ, ਖੁੰਡੀਆਂ ਦਲੀਲਾਂ, ਪੁਰਾਣੇ ਗਿਲੇ ਸ਼ਿਕਵੇ, ਪੁਰਾਣੇ ਝਗੜੇ ਦੁਹਰਾਉਣੇ ਨਹੀਂ ਚਾਹੀਦੇ। ਆਪਣਾ ਪੱਖ ਦਲੀਲਾਂ ਨਾਲ ਪ੍ਰਗਟਾਉਣਾ ਚਾਹੀਦਾ ਹੈ। ਉਹ ਮੂਰਖ ਹੁੰਦੇ ਹਨ ਜਿਹੜੇ ਆਪਸੀ ਝਗੜੇ ਨੂੰ ਗੰਦਾ ਕਰ ਲੈਂਦੇ ਹਨ। ਮੂਰਖ ਨਾ ਬਣੋ, ਆਪਣਾ ਝਗੜਾ ਸਿਆਣਿਆਂ ਵਾਂਗ ਨਜਿੱਠੋ। ਧੰਨਵਾਦ। ਤਰੀਕੇ। ਇੱਕ ਮਹਾਂਪੁਰਸ਼ ਨੂੰ ਦੇਵ ਬਾਣੀ ਹੋਈ, ਜਿੰਨੀ ਉਮਰ ਤੂੰ ਮੰਗੇਗਾ ਉਨੀ ਮਿਲ ਜਾਏਗੀ। ਬਜ਼ੁਰਗ ਤਾਂ ਉਹ ਪਹਿਲਾਂ ਹੀ ਸੀ, ਉਸਨੇ ਕੁੱਲ 80 ਸਾਲ ਦੀ ਉਮਰ ਮੰਗੀ। ਸ਼ਰਧਾਲੂਆਂ ਨੇ ਕਿਹਾ, ਤੁਸੀਂ 1,00,000 ਸਾਲ ਦੀ ਉਮਰ ਮੰਗਣੀ ਸੀ ਤਾਂ ਕਿ ਅਨੇਕਾਂ ਪੀੜ੍ਹੀਆਂ ਤੁਹਾਡੇ ਗਿਆਨ ਤੋਂ ਲਾਭ ਉਠਾਉਂਦੀਆਂ। ਮਹਾਂਪੁਰਸ਼ ਨੇ ਕਿਹਾ, ਜੇ ਮੇਰੀ ਉਮਰ 1,00,000 ਸਾਲ ਹੁੰਦੀ ਤਾਂ ਕਿਸੇ ਨੇ ਮੇਰੇ ਗਿਆਨ ਦੀ ਪਰਵਾਹ ਨਹੀਂ ਸੀ ਕਰਨੀ। ਹਰ ਕਿਸੇ ਨੇ ਉਮਰ ਲੰਮੀ ਕਰਨ ਦੇ ਤਰੀਕੇ ਹੀ ਪੁੱਛਣੇ ਸਨ। ਧੰਨਵਾਦ। ਸੰਗੀਤ। ਵਿਸ਼ਵ ਪ੍ਰਸਿੱਧ ਸੰਗੀਤਕਾਰ ਪਾਗਾਨੀਨੀ ਨੇ ਇੱਕ ਸ਼ਾਮ ਨੂੰ ਇੱਕ ਪ੍ਰਸਿੱਧ ਮੰਚ ਉੱਤੇ ਵਾਇਲਨ ਵਜਾਉਣ ਦੀ ਪੇਸ਼ਕਾਰੀ ਕਰਨੀ ਸੀ। ਜਦੋਂ ਮੰਚ 'ਤੇ ਜਾਣ ਤੋਂ ਪਹਿਲਾਂ ਉਹਨੇ ਆਪਣੀ ਵਾਇਲਨ ਦਾ ਬਕਸਾ ਖੋਲ੍ਹਿਆ ਤਾਂ ਉਹ ਵੇਖ ਕੇ ਹੈਰਾਨ ਪਰੇਸ਼ਾਨ ਹੋਇਆ
ਕਿ ਕਿਸੇ ਨੇ ਉਸਦੀ ਅਸਲੀ ਵਾਇਲਨ ਕੱਢ ਕੇ ਉਹਦੀ ਥਾਂ ਇੱਕ ਪੁਰਾਣੀ ਸਧਾਰਨ ਵਾਇਲਨ ਰੱਖ ਦਿੱਤੀ ਸੀ। ਹਾਲ ਸਰੋਤਿਆਂ ਨਾਲ ਭਰਿਆ ਹੋਇਆ ਸੀ ਤੇ ਪਾਗਾਨੀਨੀ ਦੀ ਇਸ ਬੇਸਬਰੀ ਨਾਲ ਉਡੀਕ ਹੋ ਰਹੀ ਸੀ। ਵਕਤ ਹੀ ਨਹੀਂ ਸੀ ਕਿ ਕਿਸੇ ਹੋਰ ਵਾਇਲਨ ਦਾ ਪ੍ਰਬੰਧ ਕੀਤਾ ਜਾ ਸਕਦਾ। ਪਰੇਸ਼ਾਨ ਪਾਗਾਨੀਨੀ ਨੇ ਆਪਣਾ ਮਨ ਇਕਾਗਰ ਕੀਤਾ ਤੇ ਪੁਰਾਣੀ ਸਧਾਰਨ ਵਾਇਲਨ ਨਾਲ ਦਰਸ਼ਕਾਂ ਦੇ ਸਨਮੁਖ ਹੋਇਆ। ਉਸਦੀ ਪੇਸ਼ਕਾਰੀ ਨੂੰ ਸਰੋਤਿਆਂ ਨੇ ਖਲੋ ਕੇ ਲਗਾਤਾਰ ਕਈ ਮਿੰਟ ਤਾੜੀਆਂ ਮਾਰ ਕੇ ਸਲਾਹਿਆ। ਉਸ ਸਮੇਂ ਪਾਗਾਨੀਨੀ ਨੇ ਵਾਇਲਨ ਬਦਲੇ ਜਾਣ ਦੀ ਗੱਲ ਦੱਸੀ ਤੇ ਕਿਹਾ ਕਿ ਸੰਗੀਤ ਸਾਜ਼ ਵਿੱਚ ਨਹੀਂ ਹੁੰਦਾ, ਸੰਗੀਤਕਾਰ ਵਿੱਚ ਹੁੰਦਾ ਹੈ। ਉਸ ਦਾ ਇਹ ਵਾਕ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਇਆ ਹੈ। ਧੰਨਵਾਦ। ਮਨੁੱਖ ਦੀ ਮਰਜ਼ੀ। ਪ੍ਰਸਿੱਧ ਮਨੋਵਿਗਿਆਨੀ ਵਿਕਟਰ ਫਰੈਂਕਲ ਯਹੂਦੀਆਂ ਦੇ ਕੈਂਪ ਵਿੱਚ ਕੈਦ ਸੀ। ਅੰਤਾਂ ਦੀ ਭੁੱਖਮਰੀ ਦੇ ਬਾਵਜੂਦ ਉਹਨੇ ਵੇਖਿਆ ਕਿ ਕਈ ਕੈਦੀ ਆਪਣੇ ਹਿੱਸੇ ਦੀ ਚੱਪਾ ਰੋਟੀ ਵੀ ਆਪਣੇ ਤੋਂ ਵਧੇਰੇ ਭੁੱਖਿਆਂ ਨੂੰ ਦੇ ਰਹੇ ਸਨ। ਫਰੈਂਕਲ ਨੇ ਮਗਰੋਂ ਆਪਣੀ ਪੁਸਤਕ ਵਿੱਚ ਲਿਖਿਆ ਕਿ ਭਾਵੇਂ ਮਨੁੱਖ ਤੋਂ ਸਭ ਕੁਝ ਖੋਹ ਲਿਆ ਜਾਏ ਤੇ ਹਾਲਾਤ ਕਿੰਨੇ ਵੀ ਗੰਭੀਰ ਹੋਣ, ਮਨੁੱਖ ਤੋਂ ਉਸਦੀ ਮਰਜ਼ੀ ਨਹੀਂ ਖੋਹੀ ਜਾ ਸਕਦੀ। ਮਰਜ਼ੀ ਮਨੁੱਖ ਦੀ ਅੰਤਰੀਵ ਆਜ਼ਾਦੀ ਹੁੰਦੀ ਹੈ। ਕੋਈ ਕੈਦੀ ਕਿਸ ਕਿਸਮ ਦਾ ਵਿਹਾਰ ਕਰਦਾ ਹੈ, ਕਿਸ ਕਿਸਮ ਦਾ ਕੈਦੀ ਬਣਦਾ ਹੈ, ਇਸ ਦਾ ਨਿਰਣਾ ਉਸਦਾ ਅੰਦਰਲਾ ਕਰਦਾ ਹੈ। ਹਰੇਕ ਵਿਅਕਤੀ ਆਪ ਫੈਸਲਾ ਕਰਦਾ ਹੈ ਕਿ ਉਹ ਸੰਕਟ ਨੂੰ ਕਿਵੇਂ ਬਰਦਾਸ਼ਤ ਕਰੇਗਾ। ਇਸੇ ਕਾਰਨ ਕਰਕੇ ਕਾਲ ਕੋਠੜੀ ਵਿੱਚ ਵੀ ਤੇ ਫਾਂਸੀ ਦੇ ਤਖਤੇ 'ਤੇ ਵੀ ਕਈ ਬੜੇ ਮਾਣ ਤੇ ਸਵੈ ਵਿਸ਼ਵਾਸ ਨਾਲ ਵਿਚਰਦੇ ਹਨ। ਧੰਨਵਾਦ। ਕਾਮਯਾਬੀ। ਵਿਸ਼ਵ ਦੇ ਪ੍ਰਸਿੱਧ ਕਾਰ ਨਿਰਮਾਤਾ ਫੋਰਡ ਦੇ ਦਫ਼ਤਰ ਵਿੱਚ ਨਵਾਂ ਭਰਤੀ ਹੋਇਆ ਇੰਜੀਨੀਅਰ ਆਇਆ। ਗੱਲ ਕਰਨ ਉਪਰੰਤ ਇੰਜੀਨੀਅਰ ਨੇ ਫੋਰਡ ਨੂੰ ਪੁੱਛਿਆ, ਮੈਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋ ਸਕਦਾ? ਫੋਰਡ ਅਰਥਾਤ ਫੋਰਡ ਨੇ ਬੜੇ ਧੀਰਜ ਨਾਲ ਕਿਹਾ, ਜਿਹੜਾ ਵੀ ਕੰਮ ਆਰੰਭੋ ਉਸਨੂੰ ਪੂਰਾ ਕਰੋ। ਫੋਰਡ ਇਸੇ ਢੰਗ ਨਾਲ ਕਾਮਯਾਬ ਹੋਇਆ ਸੀ। ਧੰਨਵਾਦ। ਆਸ। ਇੱਕ ਉਦਾਸ ਮਾਯੂਸ ਵਿਅਕਤੀ ਸਭ ਕੁਝ ਤਿਆਗ ਕੇ ਆਤਮਘਾਤ ਦੇ ਇਰਾਦੇ ਨਾਲ ਨੇੜੇ ਦੇ ਜੰਗਲ ਵਿੱਚ ਰੱਬ ਨਾਲ ਆਖਰੀ ਮੁਲਾਕਾਤ ਕਰਨ ਲਈ ਗਿਆ। ਉਸਨੇ ਕਿਹਾ, ਪਰਮਾਤਮਾ, ਕੀ ਤੁਸੀਂ ਮੈਨੂੰ ਆਤਮਘਾਤ ਨਾ ਕਰਨ ਦਾ ਕੋਈ ਕਾਰਨ ਦੱਸ ਸਕਦੇ ਹੋ? ਆਵਾਜ਼ ਆਈ, ਆਲੇ ਦੁਆਲੇ ਵੇਖ, ਜਿਹੜੇ ਬੂਟੇ ਉੱਗੇ ਹੋਏ ਹਨ ਉਹ ਹਰੇ ਭਰੇ ਹਨ। ਮੈਂ ਬਾਂਸ ਦਾ ਬੀਜ ਵੀ ਬੀਜਿਆ ਸੀ। ਪਹਿਲੇ ਦੂਜੇ ਸਾਲ ਕੁਝ ਨਹੀਂ ਹੋਇਆ। ਮੈਂ ਆਸ ਨਹੀਂ ਛੱਡੀ। 5ਵੇਂ ਸਾਲ ਬਾਂਸ ਦੇ ਬੀਜ ਵਿੱਚੋਂ ਘਾਹ ਵਰਗਾ ਛੋਟਾ ਜਿਹਾ ਆਕਾਰ ਉੱਭਰਿਆ। 6 ਮਹੀਨੇ ਵਿੱਚ ਹੀ ਬਾਂਸ 40 ਫੁੱਟ ਵੱਧ ਗਿਆ। ਬਾਂਸ ਦੇ ਉਸ ਬੂਟੇ ਨੇ ਸਮਾਂ ਵਿਅਰਥ ਨਹੀਂ ਗੁਆਇਆ। ਉਸਨੇ 5 ਸਾਲ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਵਿੱਚ ਲਾਏ ਸਨ। ਉਹਨਾਂ ਮਜ਼ਬੂਤ ਜੜ੍ਹਾਂ ਨੇ ਉਸ ਬਾਂਸ ਨੂੰ ਸਾਰੇ ਝੱਖੜਾਂ ਤੇ ਤੂਫਾਨਾਂ ਨੂੰ ਬਰਦਾਸ਼ਤ ਕਰਨ ਦਾ ਬਲ ਦਿੱਤਾ ਹੈ। ਹੁਣ ਬਾਂਸ ਨੂੰ ਕਦੇ ਵੀ ਆਤਮਘਾਤ ਕਰਨ ਦਾ ਖਿਆਲ ਨਹੀਂ ਆਏਗਾ। ਤੈਨੂੰ ਤਾਂ ਮੈਂ ਅਕਲ ਵੀ ਦਿੱਤੀ ਹੈ। ਧੰਨਵਾਦ। ਤਸੱਲੀ। ਇੱਕ ਕਲਾਕਾਰ ਇੱਕ ਮੂਰਤੀ ਬਣਾ ਰਿਹਾ ਸੀ। ਉਹੋ ਜਿਹੀ ਬਣੀ ਹੋਈ ਹੋਰ ਮੂਰਤੀ ਵੀ ਪਈ ਸੀ। ਇੱਕ ਰਾਹਗੀਰ ਨੇ ਪੁੱਛਿਆ, ਮੂਰਤੀ ਬਣੀ ਤਾਂ ਹੋਈ ਹੈ, ਹੋਰ ਕਿਉਂ ਬਣਾ ਰਹੇ ਹੋ? ਕਲਾਕਾਰ ਨੇ ਕਿਹਾ, ਉਸ ਵਿੱਚ ਨੁਕਸ ਹੈ। ਉਹਦੇ ਨੱਕ 'ਤੇ ਘਸਰ ਲੱਗ ਗਈ ਸੀ। ਰਾਹਗੀਰ ਨੇ ਪੁੱਛਿਆ, ਮੂਰਤੀ ਲਾਉਣੀ ਕਿੱਥੇ ਹੈ? ਕਲਾਕਾਰ ਨੇ 20 ਫੁੱਟ ਉੱਚੀ ਥਾਂ ਵੱਲ ਇਸ਼ਾਰਾ ਕੀਤਾ ਤਾਂ ਰਾਹਗੀਰ ਨੇ ਕਿਹਾ, ਉੱਥੇ ਘਸਰ ਕਿਹਨੂੰ ਦਿਸਣੀ ਹੈ, ਕਿਸ ਨੂੰ ਪਤਾ ਲੱਗੇਗਾ? ਮੂਰਤੀਕਾਰ ਨੇ ਕਿਹਾ, ਮੈਨੂੰ ਤਾਂ ਨੁਕਸ ਦਾ ਪਤਾ ਹੈ। ਮੈਂ ਨੁਕਸ ਰਹਿਤ ਮੂਰਤੀ ਹੀ ਲਾਵਾਂਗਾ। ਮੇਰੀ ਤਸੱਲੀ ਹੋਣੀ ਚਾਹੀਦੀ ਹੈ। ਧੰਨਵਾਦ। ਦਲੇਰੀ। ਅਮਰੀਕਾ ਦਾ ਰਾਸ਼ਟਰਪਤੀ ਰੂਜ਼ਵੈਲਟ ਫੂੜੀਆਂ ਤੇ ਪਹੀਆ ਕੁਰਸੀ ਵਰਤਦਾ ਸੀ।
ਉਹ ਅਮਰੀਕਾ ਦਾ ਸਭ ਤੋਂ ਲੰਮਾ ਅਰਸਾ ਰਾਸ਼ਟਰਪਤੀ ਰਿਹਾ। ਉਸਨੇ ਅਮਰੀਕਾ ਨੂੰ ਮਹਾਨ ਮੰਦੇ ਵਿੱਚੋਂ ਬਾਹਰ ਕੱਢਿਆ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਅਮਰੀਕਾ ਦੀ ਅਗਵਾਈ ਕੀਤੀ। 39 ਸਾਲ ਦੀ ਉਮਰ ਵਿੱਚ ਉਸਦੇ ਸਰੀਰ ਦਾ ਥਲਵਾਂ ਹਿੱਸਾ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ। ਅਧਰੰਗ ਉਪਰੰਤ ਰੂਜ਼ਵੈਲਟ ਨਿਡਰ ਹੋ ਗਿਆ। ਉਸਨੇ ਰਾਸ਼ਟਰਪਤੀ ਦਾ ਕਾਰਜ ਇੰਨੀ ਦਲੇਰੀ ਤੇ ਦ੍ਰਿੜਤਾ ਨਾਲ ਕੀਤਾ ਕਿ ਲੋਕ ਭੁੱਲ ਗਏ ਕਿ ਉਹ ਵਿਕਲਾਂਗ ਸੀ। ਰੂਜ਼ਵੈਲਟ ਨੇ ਕਿਹਾ ਸੀ, ਰੁਕਣ ਦਾ ਇੱਕ ਹੀ ਢੰਗ ਹੈ, ਚੱਲਣ ਦੇ ਅਨੇਕਾਂ ਤਰੀਕੇ ਹਨ। ਅਮਰੀਕਾ ਦੇ ਇਤਿਹਾਸ ਵਿੱਚ 4 ਵਾਰੀ ਰਾਸ਼ਟਰਪਤੀ ਚੁਣੇ ਜਾਣ ਵਾਲਾ ਉਹ ਇਕੱਲਾ ਰਾਸ਼ਟਰਪਤੀ ਸੀ। ਹੁਣ ਅਮਰੀਕਾ ਵਿੱਚ ਕੋਈ ਵੱਧ ਤੋਂ ਵੱਧ 2 ਵਾਰੀ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ। ਧੰਨਵਾਦ। ਸਾਫ਼ ਨਜ਼ਰ। ਇੱਕ ਜੋੜਾ ਗੁਆਂਢ ਵਿੱਚ ਬਦਲ ਕੇ ਆਇਆ। ਅਗਲੇ ਦਿਨ ਸਵੇਰੇ ਪਹਿਲਾਂ ਹੀ ਉੱਥੇ ਰਹਿੰਦੀ ਪਤਨੀ ਨੇ ਆਪਣੇ ਚੁਬਾਰੇ ਦੀ ਬੰਦ ਬਾਰੀ ਵਿੱਚੋਂ ਵੇਖਿਆ ਕਿਸੇ ਨੇ ਤਾਰ 'ਤੇ ਕੱਪੜੇ ਪਾਏ ਹੋਏ ਸਨ। ਪਤਨੀ ਨੇ ਕਿਹਾ, ਕੱਪੜੇ ਸਾਫ਼ ਤਾਂ ਹੋਏ ਨਹੀਂ। ਉਹ ਜਦੋਂ ਵੀ ਸੁੱਕਣੇ ਪਾਏ ਕੱਪੜੇ ਵੇਖਦੀ ਹਰ ਵਾਰੀ ਕਿਹਾ ਕਰਦੀ ਸੀ, ਸਾਬਣ ਚੰਗਾ ਨਹੀਂ ਵਰਤਿਆ। ਲਗਭਗ 1 ਮਹੀਨੇ ਮਗਰੋਂ ਪਤਨੀ ਨੇ ਇੱਕ ਦਿਨ ਵੇਖਿਆ ਕੱਪੜੇ ਸਾਫ਼ ਸਨ। ਪਤਨੀ ਨੇ ਕਿਹਾ, ਲੱਗਦਾ ਹੈ ਕਿਸੇ ਨੇ ਉਸਨੂੰ ਕੱਪੜੇ ਧੋਣ ਦਾ ਸਹੀ ਢੰਗ ਦੱਸ ਦਿੱਤਾ ਹੈ। ਉਸਨੂੰ ਪੁੱਛਾਂਗੀ ਕਿ ਕਿਹੜੇ ਸਾਬਣ ਨਾਲ ਧੋਤੇ ਹਨ। ਪਤੀ ਨੇ ਕਿਹਾ, ਅੱਜ ਮੈਂ ਕੁਝ ਸਵੇਰੇ ਜਾਗ ਪਿਆ ਸੀ ਤੇ ਮੈਂ ਬਾਰੀਆਂ ਦੇ ਸ਼ੀਸ਼ੇ ਸਾਫ਼ ਕੀਤੇ ਹਨ। ਜ਼ਿੰਦਗੀ ਵਿੱਚ ਵੀ ਇਵੇਂ ਹੁੰਦਾ ਹੈ। ਕਈ ਵਾਰੀ ਸਾਡੀ ਨਜ਼ਰ ਸਾਫ਼ ਨਹੀਂ ਹੁੰਦੀ ਤੇ ਸਾਨੂੰ ਸਾਰੇ ਮੈਲੇ ਤੇ ਭੈੜੇ ਵਿਖਾਈ ਦਿੰਦੇ ਹਨ। ਧੰਨਵਾਦ। ਯਤਨ। ਠੇਲਾ ਚਲਾਉਣ ਵਾਲੇ ਇੱਕ ਵਿਅਕਤੀ ਦੀ ਬੁੱਢੀ ਖੱਚਰ ਖੂਹ ਵਰਗੇ ਇੱਕ ਡੂੰਘੇ ਟੋਏ 'ਚ ਡਿੱਗ ਪਈ। ਉਸਦੇ ਮਾਲਕ ਕੋਲ ਨਾ ਤਾਂ ਖੱਚਰ ਬਾਹਰ ਕੱਢਣ ਦੇ ਵਸੀਲੇ ਸਨ, ਨਾ ਹੀ ਕੋਈ ਹੋਰ ਉਪਰਾਲਾ ਸੀ। ਉਸਨੇ ਟੋਏ ਵਿੱਚ ਡਿੱਗੀ ਖੱਚਰ ਨੂੰ ਉੱਥੇ ਹੀ ਦਫਨਾਉਣ ਦਾ ਫੈਸਲਾ ਕੀਤਾ ਤੇ ਹੋਰਾਂ ਦੀ ਮਦਦ ਨਾਲ ਉਸ ਟੋਏ ਵਿੱਚ ਮਿੱਟੀ ਦੇ ਤਸਲੇ ਪਾਉਣੇ ਆਰੰਭ ਕੀਤੇ। ਜਿਹੜੀ ਮਿੱਟੀ ਖੱਚਰ 'ਤੇ ਪੈਂਦੀ ਉਸਨੂੰ ਖੱਚਰ ਝਾੜ ਦਿੰਦੀ ਸੀ। ਟੋਏ ਦਾ ਫਰਸ਼ ਉੱਚਾ ਹੋ ਰਿਹਾ ਸੀ। ਇੱਕ ਪੜਾਅ 'ਤੇ ਭੁੱਖੀ ਤੇ ਥੱਕੀ ਹੋਈ ਖੱਚਰ ਮਿੱਟੀ ਨਾਲ ਭਰੇ ਖੂਹ ਵਰਗੇ ਟੋਏ ਵਿੱਚੋਂ ਬਾਹਰ ਆ ਗਈ। ਲੋਕ ਤਾਂ ਖੱਚਰ ਨੂੰ ਦਫਨਾਉਣ ਦਾ ਉਪਰਾਲਾ ਕਰ ਰਹੇ ਸਨ, ਪਰ ਖੱਚਰ ਮੁਸੀਬਤ ਵਿੱਚੋਂ ਨਿਕਲਣ ਦਾ ਯਤਨ ਕਰ ਰਹੀ ਸੀ। ਧੰਨਵਾਦ। ਨਿਰਾਸਤਾ। ਇੱਕ ਵਿਅਕਤੀ ਨੇ ਮਨੋਵਿਗਿਆਨੀ ਨੂੰ ਫੋਨ ਕੀਤਾ, ਮੈਂ ਬਹੁਤ ਨਿਰਾਸ਼ ਹਾਂ, ਆਤਮਘਾਤ ਕਰਨ ਲੱਗਾ। ਮਨੋਵਿਗਿਆਨੀ ਨੇ ਕਿਹਾ, ਕੱਲ੍ਹ ਮੇਰੇ ਕਮਰੇ 'ਚ ਆਉਣਾ, ਗੱਲਬਾਤ ਕਰਾਂਗੇ। ਆਤਮਘਾਤੀ ਨੇ ਕਿਹਾ, ਮਿਲਣ ਦਾ ਕੋਈ ਲਾਭ ਨਹੀਂ, ਕੁਝ ਨਹੀਂ ਬਚਿਆ, ਕੋਈ ਆਸ ਨਹੀਂ, ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ। ਮਨੋਵਿਗਿਆਨੀ ਨੇ ਕਿਹਾ, ਇੱਕ ਵਾਰੀ ਮੈਨੂੰ ਵੇਖ ਤਾਂ ਲੈਣ ਦਿਓ, ਮੈਨੂੰ ਮਿਲਣਾ। ਕੱਲ੍ਹ ਦਾ ਕੀ ਮਤਲਬ ਹੈ, ਮੈਂ ਤਾਂ ਅੱਜ ਰਾਤ ਨੂੰ ਮਰ ਜਾਣਾ। ਮਨੋਵਿਗਿਆਨੀ ਨੇ ਕਿਹਾ, ਫਿਰ ਹੁਣੇ ਆ ਜਾਓ। ਉਸਨੂੰ ਮਨੋਵਿਗਿਆਨੀ ਨੇ ਇੱਕ ਕਾਗਜ਼ ਪੈਨਸਿਲ ਦੇ ਕੇ ਵਿਚਕਾਰ ਲਕੀਰ ਮਾਰ ਕੇ ਕਿਹਾ, ਇੱਕ ਪਾਸੇ ਜੋ ਗੁਆਚ ਗਿਆ ਉਹ ਲਿਖੋ, ਦੂਜੇ ਪਾਸੇ ਜੋ ਬਚ ਗਿਆ ਉਹ ਲਿਖੋ। ਆਤਮਘਾਤੀ ਨੇ ਕਿਹਾ, ਕੁਝ ਬਚਿਆ ਹੀ ਨਹੀਂ, ਦੂਜੇ ਖਾਨੇ ਦੀ ਲੋੜ ਹੀ ਨਹੀਂ। ਜਦੋਂ ਆਤਮਘਾਤੀ ਨੇ ਪਹਿਲਾ ਪਾਸਾ ਲਿਖ ਦਿੱਤਾ ਤਾਂ ਮਨੋਵਿਗਿਆਨੀ ਨੇ ਉਸਨੂੰ ਸਾਹਮਣੇ ਬਿਠਾ ਕੇ ਕਿਹਾ, ਜੋ ਕੁਝ ਬਚਿਆ ਉਹਨੂੰ ਮੈਂ ਦਰਜ ਕਰਦਾ। ਪਤਨੀ ਨੇ ਕਦੋਂ ਤਲਾਕ ਦਿੱਤਾ ਸੀ? ਮੇਰੀ ਪਤਨੀ ਮੇਰੇ ਨਾਲ ਰਹਿੰਦੀ ਹੈ, ਤਲਾਕ ਦਾ ਕੀ ਮਤਲਬ? ਮਨੋਵਿਗਿਆਨੀ ਨੇ ਬਚਣ ਵਾਲੀਆਂ ਚੀਜ਼ਾਂ 'ਚ ਪਹਿਲੇ ਨੰਬਰ 'ਤੇ ਲਿਖਿਆ, ਵਿਆਹ ਬਚ ਗਿਆ। ਫਿਰ ਪੁੱਛਿਆ, ਅਧਰੰਗ ਕਦੋਂ ਹੋਇਆ ਸੀ? ਆਤਮਘਾਤੀ ਨੇ ਕਿਹਾ, ਕੋਈ ਅਧਰੰਗ ਨਹੀਂ ਹੋਇਆ, ਮੇਰਾ ਸਾਰਾ ਸਰੀਰ ਠੀਕ ਠਾਕ ਹੈ। ਬਚਣ ਵਾਲੀ ਦੂਜੀ ਗੱਲ ਸੀ, ਤੁਹਾਡੇ ਬੱਚਿਆਂ ਨੂੰ ਜੇਲ੍ਹ ਕਦੋਂ ਹੋਈ ਸੀ? ਮੇਰੇ ਬੱਚਿਆਂ ਨੂੰ ਜੇਲ੍ਹ ਨਹੀਂ ਹੋਈ, ਉਹ ਮੇਰੇ ਕੋਲ ਰਹਿੰਦੇ ਹਨ। ਤੁਹਾਡੀ ਨਜ਼ਰ ਕਦੋਂ ਗੁਆਚੀ ਸੀ? ਮੇਰੀ ਨਜ਼ਰ ਬਿਲਕੁਲ ਠੀਕ ਹੈ। ਮਨੋਵਿਗਿਆਨੀ ਨੇ ਅਜਿਹੇ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਤੋਂ ਆਤਮਘਾਤੀ ਨੂੰ ਮਹਿਸੂਸ ਹੋਇਆ ਕਿ ਗੁਆਚਿਆ ਕੁਝ ਨਹੀਂ ਸੀ, ਸਭ ਕੀਮਤੀ ਚੀਜ਼ਾਂ ਬਚ ਗਈਆਂ ਸਨ। ਆਤਮਘਾਤੀ ਨੇ ਕਿਹਾ, ਮੈਂ ਸਮਝ ਗਿਆ, ਮਨ ਬਦਲਣ ਨਾਲ, ਵਿਚਾਰ ਬਦਲਣ ਨਾਲ ਹਾਲਤ ਬਦਲ ਜਾਂਦੀ ਹੈ। ਅਗਿਆਨੀ। ਇੱਕ ਵਾਰੀ ਰਾਜਾ ਭੋਜ ਤੇ ਉਹਦਾ ਦਰਬਾਰੀ ਕਵੀ ਘੁੰਮਣ ਫਿਰਨ ਨਿਕਲੇ।
ਚਲਦੇ ਚਲਦੇ ਉਹ ਦੂਰ ਜੰਗਲ 'ਚ ਨਿਕਲ ਗਏ। ਜਿੱਥੇ ਉਹ ਰਸਤਾ ਭੁੱਲ ਗਏ, ਉੱਥੇ ਉਹਨਾਂ ਨੇ ਇੱਕ ਬਜ਼ੁਰਗ ਔਰਤ ਨੂੰ ਨਿੱਕੀਆਂ ਲੱਕੜਾਂ ਇਕੱਠੀਆਂ ਕਰਦਿਆਂ ਵੇਖਿਆ। ਰਾਜਾ ਭੋਜ ਨੇ ਬਜ਼ੁਰਗ ਨੂੰ ਪੁੱਛਿਆ, ਇਹ ਰਸਤਾ ਕਿੱਥੇ ਜਾਂਦਾ ਹੈ? ਬਜ਼ੁਰਗ ਔਰਤ ਨੇ ਕਿਹਾ, ਇਹ ਰਸਤਾ ਕਿਧਰੇ ਨਹੀਂ ਜਾਂਦਾ, ਇਸ 'ਤੇ ਰਾਹੀ ਆਉਂਦੇ ਜਾਂਦੇ ਹਨ। ਤੁਸੀਂ ਕੌਣ ਹੋ? ਰਾਜੇ ਨੇ ਕਿਹਾ, ਅਸੀਂ ਰਾਹੀ ਹਾਂ। ਬਜ਼ੁਰਗ ਔਰਤ ਨੇ ਕਿਹਾ, ਸੰਸਾਰ 'ਚ ਕੇਵਲ ਦੋ ਰਾਹੀ ਹਨ, ਸੂਰਜ ਅਤੇ ਚੰਦਰਮਾ। ਇਹਨਾਂ ਵਿੱਚੋਂ ਤੁਸੀਂ ਕੌਣ ਹੋ? ਕਵੀ ਮੇਘ ਨੇ ਉੱਤਰ ਦਿੱਤਾ, ਅਸੀਂ ਮਹਿਮਾਨ ਹਾਂ। ਉਸ ਔਰਤ ਨੇ ਕਿਹਾ, ਜ਼ਿੰਦਗੀ ਦੇ ਕੇਵਲ ਦੋ ਮਹਿਮਾਨ ਹਨ, ਜਵਾਨੀ ਅਤੇ ਪੈਸਾ। ਇਹਨਾਂ ਦੋਹਾਂ ਵਿੱਚੋਂ ਤੁਸੀਂ ਕੌਣ ਹੋ? ਰਾਜੇ ਨੇ ਕਿਹਾ, ਅਸੀਂ ਸੰਤ ਹਾਂ। ਔਰਤ ਨੇ ਕਿਹਾ, ਸ਼ਾਂਤੀ ਅਤੇ ਪ੍ਰਸੰਨਤਾ ਦੋ ਹੀ ਸੰਤ ਹਨ। ਇਹਨਾਂ ਵਿੱਚੋਂ ਤੁਸੀਂ ਕੌਣ ਹੋ? ਰਾਜਾ ਭੋਜ ਅਤੇ ਕਵੀ ਮੇਘ ਦੋਵੇਂ ਉਸ ਬਜ਼ੁਰਗ ਇਸਤਰੀ ਦੀ ਸਿਆਣਪ ਅਤੇ ਉਸਦੇ ਸੁਭਾਵਕ ਪ੍ਰਗਟਾਵੇ 'ਤੇ ਹੈਰਾਨ ਸਨ। ਦੋਹਾਂ ਨੇ ਕਿਹਾ, ਅਸੀਂ ਅਗਿਆਨੀ ਹਾਂ। ਧੰਨਵਾਦ। ਹਾਕਮ ਵਿੱਚ ਵਿਸ਼ਵਾਸ। ਇੱਕ ਵਾਰੀ ਇੱਕ ਚੇਲੇ ਨੇ ਚੀਨੀ ਫਿਲਾਸਫਰ ਕਨਫਿਊਸ਼ੀਅਸ ਨੂੰ ਪੁੱਛਿਆ, ਇੱਕ ਚੰਗੀ ਹਕੂਮਤ ਦੇ ਲਾਜ਼ਮੀ ਤੱਤ ਕੀ ਹੁੰਦੇ ਹਨ? ਕਨਫਿਊਸ਼ੀਅਸ ਨੇ ਕਿਹਾ, ਰੱਜਣ ਲਈ ਭੋਜਨ, ਸੁਰੱਖਿਆ ਲਈ ਹਥਿਆਰ ਅਤੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ। ਚੰਗੀ ਹਕੂਮਤ ਦੇ ਲਾਜ਼ਮੀ ਤੱਤ ਹੁੰਦੇ ਹਨ। ਚੇਲੇ ਨੇ ਪੁੱਛਿਆ, ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਛੱਡਣ ਦੀ ਮਜਬੂਰੀ ਹੋਵੇ ਤਾਂ ਕਿਹੜਾ ਛੱਡਣ ਯੋਗ ਹੋਏਗਾ? ਕਨਫਿਊਸ਼ੀਅਸ ਨੇ ਕਿਹਾ, ਹਥਿਆਰਾਂ ਦਾ ਤਿਆਗ ਕੀਤਾ ਜਾ ਸਕਦਾ ਹੈ। ਚੇਲੇ ਨੇ ਪੁੱਛਿਆ, ਜੇ ਦੋ ਵਿੱਚੋਂ ਇੱਕ ਹੋਰ ਤਿਆਗਣ ਦੀ ਮਜਬੂਰੀ ਹੋਵੇ ਤਾਂ ਕਿਸ ਨੂੰ ਤਿਆਗਿਆ ਜਾਵੇ? ਭੋਜਨ ਤਿਆਗਿਆ ਜਾ ਸਕਦਾ ਹੈ। ਚੇਲੇ ਨੇ ਕਿਹਾ, ਪਰ ਭੋਜਨ ਤੋਂ ਬਿਨਾਂ ਤਾਂ ਪ੍ਰਜਾ ਮਰ ਜਾਏਗੀ। ਕਨਫਿਊਸ਼ੀਅਸ ਨੇ ਕਿਹਾ, ਮਰਨਾ ਹਮੇਸ਼ਾ ਹੀ ਮਨੁੱਖਾਂ ਦੀ ਹੋਣੀ ਰਹੀ ਹੈ, ਪਰ ਜਿਸ ਦਾ ਹਾਕਮ ਤੇ ਹਕੂਮਤ ਉੱਤੇ ਵਿਸ਼ਵਾਸ ਨਹੀਂ, ਉਹ ਨਾ ਪ੍ਰਜਾ ਰਹਿੰਦੀ ਹੈ, ਨਾ ਉਹ ਹਾਕਮ ਰਹਿੰਦਾ ਹੈ। ਧੰਨਵਾਦ। ਡਰ ਦੇ ਫਾਇਦੇ। ਡਰ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਅਧਿਆਪਕ ਤੇ ਪ੍ਰੇਰਕ ਹੈ। ਡਰ ਵਿਕਾਸ ਲਈ ਜ਼ਰੂਰੀ ਹੈ, ਕਿਉਂਕਿ ਡਰ ਕਾਰਨ ਸਾਡਾ ਦਿਮਾਗ ਉਹਨਾਂ ਗੱਲਾਂ ਤੇ ਚੀਜ਼ਾਂ ਵੱਲ ਧਿਆਨ ਦਿੰਦਾ ਹੈ ਜਿਨ੍ਹਾਂ ਪ੍ਰਤੀ ਉਂਝ ਅਸੀਂ ਅਵੇਸਲੇ ਹੁੰਦੇ ਹਾਂ। ਪ੍ਰੀਖਿਆ 'ਚੋਂ ਫੇਲ ਹੋਣ ਦਾ ਡਰ ਮਿਹਨਤ ਕਰਨ ਲਈ ਪ੍ਰੇਰਦਾ ਹੈ। ਹਾਰਨ ਦਾ ਡਰ ਸਾਡੀ ਟੀਮ ਵਿੱਚ ਏਕਤਾ ਉਪਜਾਉਂਦਾ ਹੈ। ਦੁਰਘਟਨਾ ਦਾ ਡਰ ਸਾਨੂੰ ਚੌਕਸ ਡਰਾਈਵਰ ਬਣਾਉਂਦਾ ਹੈ। ਡਰਾਉਣ ਵਾਲੀਆਂ ਚੀਜ਼ਾਂ ਤੋਂ ਲੁਕਣ ਦੀ ਥਾਂ ਉਹਨਾਂ ਨਾਲ ਨਿਪਟਣਾ ਚਾਹੀਦਾ ਹੈ। ਸਾਰੀਆਂ ਕਾਢਾਂ ਅਤੇ ਸਾਰੇ ਉਪਰਾਲੇ ਡਰ ਅੱਗੇ ਝੁਕਣ ਤੋਂ ਇਨਕਾਰ ਦੀਆਂ ਉਦਾਹਰਨਾਂ ਹਨ। ਡਰ ਤੋਂ ਦੌੜਦਿਆਂ ਅਸੀਂ ਅਵਸਰਾਂ ਤੋਂ ਵੀ ਦੌੜ ਰਹੇ ਹੁੰਦੇ ਹਾਂ। ਡਰ ਵਿੱਚੋਂ ਲੰਘਦਿਆਂ ਮਹਿਸੂਸ ਹੋਏਗਾ ਕਿ ਡਰਨ ਵਾਲੀ ਕੋਈ ਗੱਲ ਨਹੀਂ। ਕਈ ਵਾਰੀ ਡਰ ਕਾਰਨ ਅਸੀਂ ਆਪਣਾ ਨੁਕਸਾਨ ਕਰ ਲੈਂਦੇ ਹਾਂ, ਪਰ ਇਹ ਨੁਕਸਾਨ ਕਿਸੇ ਬਹੁਤ ਵੱਡੇ ਨੁਕਸਾਨ ਤੋਂ ਬਚਣ ਦਾ ਸਬਕ ਵੀ ਸਿਖਾ ਜਾਂਦਾ ਹੈ। ਆਪਣੇ ਆਪ 'ਤੇ ਭਰੋਸਾ ਕਰਨਾ, ਸਵੈ ਵਿਸ਼ਵਾਸ ਹੋਣਾ ਅਤੇ ਤਿਆਰੀ ਕਰਕੇ ਰੱਖਣਾ ਡਰ ਨੂੰ ਕਾਬੂ ਕਰਨ ਦੇ ਉਪਰਾਲੇ ਬਣ ਜਾਂਦੇ ਹਨ। ਜਿੱਥੇ ਅਤੇ ਜਦੋਂ ਤੁਹਾਡਾ ਹੌਸਲਾ ਜਾਗਦਾ ਹੈ, ਉੱਥੇ ਡਰ ਰੁਕ ਜਾਂਦਾ ਹੈ। ਡਰ ਤੋਂ ਡਰਨ ਦੀ ਲੋੜ ਨਹੀਂ, ਡਰ ਨੂੰ ਸਮਝਣ ਦੀ ਲੋੜ ਹੈ। ਧੰਨਵਾਦ। ਪ੍ਰਤੀਕਰਮ। ਤੁਸੀਂ ਕਦੇ ਸੋਚਿਆ ਨਹੀਂ ਹੋਏਗਾ ਕਿ ਤੁਸੀਂ ਜਵਾਬ ਦਿੰਦੇ ਹੋ ਕਿ ਪ੍ਰਤੀਕਰਮ ਪ੍ਰਗਟਾਉਂਦੇ ਹੋ। ਇੱਕ ਲੇਖਕ ਕੁਝ ਲਿਖ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ। ਅਚਾਨਕ ਲੇਖਕ ਦੇ ਮੂੰਹੋਂ ਨਿਕਲਿਆ, ਦੁਨੀਆ ਕੰਮ ਵੀ ਨਹੀਂ ਕਰਨ ਦਿੰਦੀ, ਪਤਾ ਨਹੀਂ ਕਿਹੜੇ ਬੇਵਕੂਫ ਦਾ ਫੋਨ ਹੈ। ਇਹ ਪ੍ਰਤੀਕਰਮ ਸੀ, ਉੱਤਰ ਨਹੀਂ ਸੀ। ਇਹ ਉਹਦੇ ਪ੍ਰਕਾਸ਼ਕ ਦਾ ਫੋਨ ਸੀ, ਜਿਸ ਨੇ ਲੇਖਕ ਨੂੰ ਉਸਦੀ ਨਵੀਂ ਪੁਸਤਕ 'ਤੇ ਇਨਾਮ ਮਿਲਣ ਦੀ ਖਬਰ ਦਿੱਤੀ। ਸਮਝਣ ਦੀ ਲੋੜ ਹੈ ਕਿ ਕੋਈ ਵੀ ਸਾਡੇ ਜੀਵਨ ਵਿੱਚ ਉਦੇਸ਼ ਤੋਂ ਬਿਨਾਂ ਨਹੀਂ ਆਉਂਦਾ। ਹਰ ਕੋਈ ਆਪਣੀ ਕਿਸਮ ਦਾ ਯੋਗਦਾਨ ਪਾਉਂਦਾ ਹੈ। ਜੇ ਅਸੀਂ ਸਖਤ ਪ੍ਰਤੀਕਰਮ ਪ੍ਰਗਟਾਈਏ ਤਾਂ ਉਸਦੀਆਂ ਸ਼ੁਭ ਇੱਛਾਵਾਂ ਗੁਆਚ ਜਾਂਦੀਆਂ ਹਨ। ਯਾਦ ਰੱਖਣ ਦੀ ਲੋੜ ਹੈ ਕਿ ਜੋ ਗੁਆਚਦਾ ਹੈ, ਉਹ ਸਾਡਾ ਗੁਆਚਦਾ ਹੈ। ਧੰਨਵਾਦ। ਅਵਸਰ। ਇੱਕ ਚੰਗੀ ਇੰਜੀਨੀਅਰਿੰਗ ਸੰਸਥਾ ਦਾ ਵਿਦਿਆਰਥੀ ਆਪਣੀ ਕਿਸਮਤ ਅਜ਼ਮਾਉਣ ਕੈਨੇਡਾ ਗਿਆ। ਢੁਕਵਾਂ ਕੰਮ ਨਾ ਮਿਲਣ ਕਾਰਨ ਗੁਜ਼ਾਰੀ ਲਈ ਉਹ ਟੈਕਸੀ ਚਲਾਉਣ ਲੱਗ ਪਿਆ।
ਉਸਨੂੰ ਕਹਾਣੀਆਂ ਲਿਖਣ ਦਾ ਵੀ ਸ਼ੌਕ ਸੀ। ਭਾਂਤ-ਭਾਂਤ ਦੀਆਂ ਸਵਾਰੀਆਂ ਦੇ ਚਿਹਰੇ ਮੂਹਰੇ ਤੇ ਹਾਵਾਂ ਭਾਵਾਂ ਨੂੰ ਚਿਤਰਨ ਦੀ ਉਹਨੂੰ ਜਾਚ ਸੀ। ਉਹਨੇ ਸੁਣਿਆ ਹੋਇਆ ਸੀ ਕਿ ਪੁਰਸ਼ਾਂ ਦੀ ਜਿੰਨੀ ਡੂੰਘੀ ਸਮਝ ਵੇਸਵਾਵਾਂ ਕੋਲ ਹੁੰਦੀ ਹੈ, ਕਿਸੇ ਕੋਲ ਨਹੀਂ ਹੁੰਦੀ। ਉਰਦੂ ਤੇ ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ ਮੰਟੋ ਵੇਸਵਾਵਾਂ ਕੋਲ ਜਾਂਦਾ ਸੀ ਤੇ ਉਹਨਾਂ ਨਾਲ ਆਪਣੇ ਅਨੁਭਵਾਂ ਦੀਆਂ ਕਹਾਣੀਆਂ ਲਿਖਦਾ ਸੀ। ਸਾਡਾ ਇੰਜੀਨੀਅਰਿੰਗ ਡਰਾਈਵਰ ਰਾਤ ਨੂੰ 10 ਵਜੇ ਤੋਂ ਮਗਰੋਂ ਦੀਆਂ ਸਵਾਰੀਆਂ ਨਾਲ ਗੱਲਾਂ ਕਰਦਿਆਂ ਉਹਨਾਂ ਨੂੰ ਆਪਣੀ ਕਹਾਣੀ ਸੁਣਾਉਣ ਲਾ ਲੈਂਦਾ ਸੀ। ਉਸ ਦਾ ਅਨੁਭਵ ਸੀ ਕਿ ਸਾਰੇ ਸਧਾਰਨ ਲੋਕ 10 ਵਜੇ ਤੋਂ ਪਹਿਲਾਂ ਹੀ ਘਰ ਪਹੁੰਚ ਜਾਂਦੇ ਹਨ ਅਤੇ ਇਸ ਮਗਰੋਂ ਜਿਹੜੇ ਲੋਕ ਇੱਧਰੋਂ ਉੱਧਰ ਜਾਂਦੇ ਹਨ ਉਹ ਬੜੇ ਦਿਲਚਸਪ ਹੁੰਦੇ ਹਨ ਅਤੇ ਹਰੇਕ ਦੀ ਇੱਕ ਕਹਾਣੀ ਹੁੰਦੀ ਹੈ। ਡਰਾਈਵਰ ਕਹਾਣੀਕਾਰ ਸਵਾਰੀਆਂ ਦੀਆਂ ਗੱਲਾਂ ਨੂੰ ਸੁਣਦਾ ਕਹਾਣੀ ਲਿਖਣ ਦੀ ਮਨਸ਼ਾ ਨਾਲ ਹੀ ਸੀ। ਉਹ ਰਾਤ ਦੀਆਂ ਸਵਾਰੀਆਂ ਦਾ ਇੰਨਾ ਪਾਰਖੂ ਹੋ ਗਿਆ ਕਿ ਉਸਨੂੰ ਸਵਾਰੀ ਵੇਖ ਕੇ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਮੈਨੂੰ ਇੱਕ ਕਹਾਣੀ ਦੇਵੇਗੀ। ਉਹ ਕਹਾਣੀਆਂ ਲਿਖ ਕੇ ਰਸਾਲਿਆਂ ਨੂੰ ਭੇਜਦਾ ਰਿਹਾ, ਜਿਨ੍ਹਾਂ ਤੋਂ ਉਸਨੂੰ ਟੈਕਸੀ ਨਾਲੋਂ ਵੀ ਵਧੇਰੇ ਆਮਦਨ ਹੋਣ ਲੱਗ ਪਈ। ਹੈ ਤਾਂ ਉਹ ਇੰਜੀਨੀਅਰ ਸੀ, ਪਰ ਸਫਲ ਉਹ ਕਹਾਣੀਕਾਰ ਵਜੋਂ ਹੋਇਆ। ਅਮਰੀਕਾ, ਕੈਨੇਡਾ ਅਵਸਰਾਂ ਦੇ ਦੇਸ਼ ਹਨ, ਜਿੱਥੇ ਹਰ ਕਿਸੇ ਨੂੰ ਅਵਸਰ ਮਿਲਦਾ ਹੈ। ਸਫਲਤਾ ਅਸਫਲਤਾ ਉਸਦੀ ਆਪਣੀ ਸਿਰਜੀ ਹੁੰਦੀ ਹੈ। ਵੱਡਾ ਕੰਮ। ਲੂਈ ਪਾਸਚਰ ਨੂੰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਰੇਸ਼ਮ ਦੇ ਕੀੜਿਆਂ ਨੂੰ ਲੱਗਣ ਵਾਲੇ ਇੱਕ ਰੋਗ ਸੰਬੰਧੀ ਖੋਜ ਦਾ ਕਾਰਜ ਸੌਂਪਿਆ ਗਿਆ। ਉਸਨੇ ਰੇਸ਼ਮ ਦੇ ਕੀੜੇ ਘਰ ਵਿੱਚ ਹੀ ਰੱਖੇ ਹੋਏ ਸਨ। ਉਸਨੂੰ ਪਤਾ ਲੱਗਾ ਕਿ ਰੇਸ਼ਮ ਦੇ ਕੀੜਿਆਂ ਨੂੰ ਇੱਕ ਨਹੀਂ 2 ਰੋਗ ਸਨ। ਕੀੜਿਆਂ ਤੋਂ ਲੱਗੇ ਰੋਗਾਂ ਦਾ ਇਲਾਜ ਲੱਭਦਿਆਂ ਇਹ ਰੋਗ ਉਹਦੇ 3 ਬੱਚਿਆਂ ਦੀ ਮੌਤ ਦਾ ਕਾਰਨ ਬਣੇ। ਇੱਕ ਮਿੱਤਰ ਨੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਤੁਸੀਂ ਬੜਾ ਹੌਸਲਾ ਵਿਖਾਇਆ ਹੈ। ਪਾਸਟਰ ਨੇ ਕਿਹਾ, ਹੌਸਲੇ ਬਾਰੇ ਤਾਂ ਮੈਂ ਬਹੁਤਾ ਜਾਣਦਾ ਨਹੀਂ, ਪਰ ਆਪਣਾ ਕਰਤੱਵ ਪਾਲਣਾ ਮੈਂ ਜਾਣਦਾ ਹਾਂ। ਉਸਨੇ ਕਿਹਾ, ਬੱਚਿਆਂ ਦੀ ਮੌਤ ਸਹਿਣ ਦਾ ਹੌਸਲਾ ਮੇਰੀ ਖੋਜ ਨੇ ਦਿੱਤਾ ਹੈ। ਜਦੋਂ ਕੋਈ ਕਿਸੇ ਵੱਡੇ ਕੰਮ ਵਿੱਚ ਲੱਗਿਆ ਹੋਵੇ, ਉਸ ਵਿੱਚ ਹੌਸਲਾ ਅਤੇ ਸਹਿਣ ਸ਼ਕਤੀ ਦੋਵੇਂ ਵੱਧ ਜਾਂਦੀਆਂ ਹਨ। ਧੰਨਵਾਦ। ਅਮੀਰੀ ਤੇ ਦਾਨ। ਵੈਰਨ ਬੱਫੇ ਸੰਸਾਰ ਦਾ ਸਭ ਤੋਂ ਵੱਡਾ ਦਾਨੀ ਹੈ, ਜਿਸ ਨੇ ਅਮਰੀਕਾ ਦੀ ਸ਼ੇਅਰ ਮਾਰਕੀਟ ਤੋਂ ਕਮਾਏ ਧਨ ਵਿੱਚੋਂ 40 ਅਰਬ ਨਾਲੋਂ ਵਧੇਰੇ ਡਾਲਰ ਦਾਨ ਦਿੱਤੇ ਹਨ। ਉਸਨੇ ਪਹਿਲਾ ਸ਼ੇਅਰ 11 ਸਾਲ ਦੀ ਉਮਰ 'ਚ ਖਰੀਦਿਆ, ਜਿਸ ਬਾਰੇ ਉਸਨੇ ਮਗਰੋਂ ਕਿਹਾ ਕਿ ਉਸਨੂੰ ਪਹਿਲਾ ਸ਼ੇਅਰ ਖਰੀਦਣ 'ਚ ਦੇਰੀ ਦਾ ਅਫਸੋਸ ਹੈ। ਉਸਨੇ ਅਖਬਾਰਾਂ ਵੇਚਣ ਤੋਂ ਕਮਾਏ ਪੈਸਿਆਂ ਨਾਲ 14 ਸਾਲ ਦੀ ਉਮਰ ਵਿੱਚ ਇੱਕ ਬਾਗ ਖਰੀਦਿਆ। ਉਹ ਹੁਣ ਵੀ 60 ਸਾਲ ਪਹਿਲਾਂ ਖਰੀਦੇ 3 ਕਮਰਿਆਂ ਵਾਲੇ ਮਕਾਨ 'ਚ ਰਹਿੰਦਾ ਹੈ। ਉਹਦੇ ਘਰ ਬਾਹਰ ਨਾ ਚਾਰਦੀਵਾਰੀ ਹੈ, ਨਾ ਵਾੜ। ਉਹ ਆਪਣੀ ਛੋਟੀ ਕਾਰ ਆਪ ਚਲਾਉਂਦਾ ਹੈ। ਉਹ ਇੱਕ ਵਾਰੀ ਸਧਾਰਨ ਟਿਕਟ ਵਾਲੀ ਸ਼੍ਰੇਣੀ ਵਿੱਚ ਜਹਾਜ਼ 'ਚ ਜਾ ਰਿਹਾ ਸੀ। ਕਿਸੇ ਨੇ ਪਛਾਣ ਕੇ ਕਿਹਾ, ਤੁਸੀਂ ਇੰਨੇ ਧਨਵਾਨ ਹੋ ਕੇ ਸਧਾਰਨ ਸ਼੍ਰੇਣੀ 'ਚ ਕਿਉਂ ਸਫ਼ਰ ਕਰ ਰਹੇ ਹੋ? ਤਾਂ ਉਹਦਾ ਜਵਾਬ ਸੀ, ਸਧਾਰਨ ਸ਼੍ਰੇਣੀ 'ਚ ਸਫ਼ਰ ਕਰਨ ਕਰਕੇ ਹੀ ਮੈਂ ਧਨਵਾਨ ਹਾਂ। ਉਹ ਜਵਾਨਾਂ ਨੂੰ ਕ੍ਰੈਡਿਟ ਕਾਰਡ ਤੋਂ ਦੂਰ ਰਹਿਣ, ਕਿਸੇ ਦੇ ਕਹੇ 'ਚ ਆ ਕੇ ਕੁਝ ਕਰਨ ਤੋਂ ਰੋਕਦਾ ਹੈ। ਉਸ ਦਾ ਆਪਣਾ ਜੀਵਨ ਬਹੁਤ ਸਰਲ ਹੈ ਅਤੇ ਉਹ ਕਹਿੰਦਾ ਹੈ, ਬ੍ਰਾਂਡਡ ਕੱਪੜਿਆਂ ਪਿੱਛੇ ਨਾ ਦੌੜੋ, ਉਹ ਪਹਿਨੋ ਜਿਹਦੇ ਪਹਿਨਣ ਵਿੱਚ ਸੁੱਖ ਮਿਲਦਾ ਹੈ। ਆਪਣੇ ਇਹਨਾਂ ਵਿਚਾਰਾਂ ਅਤੇ ਆਦਤਾਂ ਕਾਰਨ ਵੈਰਨ ਬੱਫੇ ਕਮਾਈ, ਅਮੀਰੀ ਅਤੇ ਦਾਨ ਦੇ ਵਿਸ਼ਵ ਪ੍ਰਸਿੱਧ ਉਦਾਹਰਣ ਹੈ। ਧੰਨਵਾਦ। ਪਾਸਪੋਰਟ। 21 ਸਦੀਆਂ ਪਹਿਲਾਂ ਇੱਕ ਰੋਮਨ ਬਾਦਸ਼ਾਹ ਨੇ ਇੱਕ ਰੋਮਨ ਫਿਲਾਸਫਰ ਪੋਟਾਮੋਨ ਨੂੰ ਵਿਦੇਸ਼ ਦੌਰੇ 'ਤੇ ਮੌਕੇ ਇੱਕ ਚਿੱਠੀ ਦਿੱਤੀ, ਜਿਸ ਕਾਰਨ ਉਸ ਦਾ ਸਭਨੀ ਥਾਈਂ ਸਵਾਗਤ ਹੋਇਆ। ਇਸ ਨੂੰ ਸੰਸਾਰ ਦਾ ਸਭ ਤੋਂ ਪਹਿਲਾ ਪਾਸਪੋਰਟ ਕਿਹਾ ਜਾਂਦਾ ਹੈ। ਉਸ ਸਮੇਂ ਲਿਖਤਾਂ ਦੀ ਥਾਂ ਬਾਦਸ਼ਾਹ ਦੀ ਮੋਹਰ ਵਾਲੀਆਂ ਚਿੱਠੀਆਂ ਦਿੱਤੀਆਂ ਜਾਂਦੀਆਂ ਸਨ। ਮੁੰਦਰੀਆਂ ਦਾ ਰਿਵਾਜ਼ ਮਿਸਰੀਆਂ ਨੇ ਆਰੰਭਿਆ। 11ਵੀਂ ਸਦੀ 'ਚ ਗਲ 'ਚ ਪਾਇਆ ਜਾਣ ਵਾਲਾ ਚਿੰਨ੍ਹ ਦੇਣ ਦਾ ਰਿਵਾਜ਼ ਪਿਆ। ਦੂਤ ਦਾ ਸਨਮਾਨ ਬਾਦਸ਼ਾਹ ਦਾ ਸਨਮਾਨ ਅਤੇ ਦੂਤ ਦਾ ਅਪਮਾਨ ਬਾਦਸ਼ਾਹ ਦਾ ਅਪਮਾਨ ਮੰਨਿਆ ਜਾਂਦਾ ਸੀ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਕਿਸੇ ਦੇਸ਼ ਜਾਣ ਲਈ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਸੀ ਪੈਂਦੀ।
47 ਤੱਕ ਭਾਰਤ ਦੇ ਲੋਕ ਦੁਨੀਆ ਵਿੱਚ ਅੰਗਰੇਜ਼ੀ ਰਾਜ ਅਧੀਨ ਇਲਾਕੇ ਵਿੱਚ ਕਿਧਰੇ ਵੀ ਜਾ ਸਕਦੇ ਸਨ। ਪਹਿਲੇ ਵਿਸ਼ਵ ਯੁੱਧ ਉਪਰੰਤ ਪਾਸਪੋਰਟ ਲਾਜ਼ਮੀ ਹੋ ਗਿਆ। ਮੁੱਢਲਾ ਪਾਸਪੋਰਟ ਚਿੱਠੀ ਹੋਇਆ ਕਰਦਾ ਸੀ। ਅਮਰੀਕਾ ਤੇ ਇੰਗਲੈਂਡ ਨੇ ਪਾਸਪੋਰਟ 'ਤੇ ਫੋਟੋ ਲਾਉਣ ਦਾ ਰਿਵਾਜ਼ ਪਾਇਆ। 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਲੀਗ ਆਫ ਨੇਸ਼ਨਸ ਨੇ 32 ਪੰਨਿਆਂ ਵਾਲੀ ਛੋਟੀ ਪਾਸਪੋਰਟ ਕਾਪੀ ਲਾਗੂ ਕੀਤੀ ਤੇ ਪਾਸਪੋਰਟ 'ਤੇ ਵਿਅਕਤੀ ਦੀ ਫੋਟੋ ਲਾਉਣੀ ਲਾਜ਼ਮੀ ਹੋ ਗਈ। ਇਸ ਉਪਰੰਤ ਸਾਰੇ ਦੇਸ਼ਾਂ ਵਿੱਚ ਪਾਸਪੋਰਟ ਲਾਗੂ ਹੋ ਗਏ। ਯਾਤਰਾ ਕਰਨ ਦੀ ਮੇਜ਼ਬਾਨ ਦੇਸ਼ ਦੀ ਪ੍ਰਵਾਨਗੀ ਨੂੰ ਵੀਜ਼ਾ ਕਿਹਾ ਜਾਣ ਲੱਗ ਪਿਆ। ਧੰਨਵਾਦ। ਮਾਣਕ ਸ਼ਾਹ। ਇੱਕ ਵਾਰੀ ਫੀਲਡ ਮਾਰਸ਼ਲ ਮਾਣਕ ਸ਼ਾਹ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ 'ਚ ਭਾਸ਼ਣ ਦੇਣਾ ਸੀ। ਸਰੋਤਿਆਂ ਨੇ ਗੁਜਰਾਤੀ 'ਚ ਬੋਲਣ ਦੀ ਮੰਗ ਕੀਤੀ। ਮਾਣਕ ਸ਼ਾਹ ਚੁੱਪ ਹੋ ਗਿਆ ਤੇ ਉਸਨੇ ਆਪਣਾ ਭਾਸ਼ਣ ਕਈ ਭਾਸ਼ਾਵਾਂ 'ਚ ਦੇਣਾ ਆਰੰਭ ਕੀਤਾ। ਉਸਨੇ ਕਿਹਾ, ਫੌਜ 'ਚ ਰਹਿੰਦਿਆਂ ਮੈਂ ਕਈ ਲੜਾਈਆਂ ਲੜੀਆਂ ਸਨ। ਮੈਂ ਸਿੱਖ ਰੈਜੀਮੈਂਟ ਦੇ ਪੰਜਾਬੀਆਂ ਤੋਂ ਪੰਜਾਬੀ ਸਿੱਖੀ, ਮਰਾਠਾ ਰੈਜੀਮੈਂਟ ਤੋਂ ਮਰਾਠੀ ਸਿੱਖੀ, ਬੰਗਾਲੀ ਮੈਂ ਬੰਗਾਲੀ ਫੌਜੀਆਂ ਤੋਂ ਸਿੱਖੀ, ਮਦਰਾਸੀਆਂ ਤੋਂ ਤਾਮਿਲ ਸਿੱਖੀ, ਹਿੰਦੀ ਮੈਨੂੰ ਬਿਹਾਰ ਰੈਜੀਮੈਂਟ ਨੇ ਸਿਖਾਈ ਅਤੇ ਨੇਪਾਲੀ ਮੈਂ ਗੋਰਖਿਆਂ ਤੋਂ ਸਿੱਖੀ। ਅਫਸੋਸ ਨਾਲ ਕਹਿ ਰਿਹਾ ਕਿ ਫੌਜ ਵਿੱਚ ਕੋਈ ਗੁਜਰਾਤੀ ਹੈ ਹੀ ਨਹੀਂ, ਸੋ ਤੁਸੀਂ ਦੱਸੋ ਮੈਂ ਗੁਜਰਾਤੀ ਕਿਸ ਤੋਂ ਸਿੱਖਦਾ। ਹਾਲ ਵਿੱਚ ਚੁੱਪ ਵਰਤੀ ਹੋਈ ਸੀ ਤੇ ਧਨਾੜ ਗੁਜਰਾਤੀਆਂ ਦੇ ਚਿਹਰੇ ਲਟਕੇ ਹੋਏ ਸਨ। ਧੰਨਵਾਦ। ਹੈਂਕੜਬਾਜ਼। ਫਰਾਂਸੀਸੀ ਬੜੇ ਹੈਂਕੜਬਾਜ਼ ਹਨ ਅਤੇ ਆਪਣੀ ਹੈਂਕੜ ਕਰਕੇ ਜਾਣੇ ਜਾਂਦੇ ਹਨ। ਰੌਬਰਟ ਵਿਟਿੰਗ 83 ਸਾਲ ਦਾ ਅਮਰੀਕੀ ਬਜ਼ੁਰਗ ਹਵਾਈ ਜਹਾਜ਼ ਰਾਹੀਂ ਪੈਰਿਸ ਪਹੁੰਚਿਆ। ਹਵਾਈ ਅੱਡੇ 'ਤੇ ਕਸਟਮ ਅਧਿਕਾਰੀ ਨੂੰ ਵਿਖਾਉਣ ਲਈ ਉਸ ਬਜ਼ੁਰਗ ਨੂੰ ਲੰਮੀ ਕੋਟ ਵਿੱਚੋਂ ਪਾਸਪੋਰਟ ਲੱਭਣ ਵਿੱਚ ਕੁਝ ਦੇਰ ਲੱਗ ਗਈ। ਕਸਟਮ ਅਧਿਕਾਰੀ ਨੇ ਵਿਅੰਗ ਨਾਲ ਕਿਹਾ, ਜਨਾਬ ਤੁਸੀਂ ਫਰਾਂਸ ਪਹਿਲਾਂ ਵੀ ਆਏ ਹੋਵੋਗੇ। ਹਾਂ ਆਇਆ ਸੀ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਇੱਥੇ ਪਾਸਪੋਰਟ ਵਿਖਾਉਣਾ ਹੁੰਦਾ ਹੈ। ਪਾਸਪੋਰਟ ਹੱਥ ਵਿੱਚ ਫੜ ਕੇ ਰੱਖਣਾ ਚਾਹੀਦਾ ਸੀ। ਵਿਟਿੰਗ ਨੇ ਕਿਹਾ, ਪਿਛਲੀ ਵਾਰ ਜਦੋਂ ਆਇਆ ਸੀ ਤਾਂ ਕਿਸੇ ਨੇ ਪਾਸਪੋਰਟ ਨਹੀਂ ਵੇਖਿਆ ਸੀ। ਕਸਟਮ ਅਧਿਕਾਰੀ ਨੇ ਕਿਹਾ, ਅਜਿਹਾ ਹੋਣਾ ਅਸੰਭਵ ਹੈ। ਅਮਰੀਕਨਾਂ ਨੂੰ ਹਮੇਸ਼ਾ ਪਾਸਪੋਰਟ ਵਿਖਾਉਣਾ ਪੈਂਦਾ ਹੈ। ਇਹ ਗੱਲ ਫਰਾਂਸੀਸੀ ਕਸਟਮ ਅਧਿਕਾਰੀ ਨੇ ਜਦੋਂ ਲਮਕਾ ਕੇ ਵਿਅੰਗ ਨਾਲ ਕਹੀ ਤਾਂ ਵਿਟਿੰਗ ਨੇ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਵਿੱਚ ਜਰਮਨਾਂ ਨੇ ਬਹਾਦਰ ਤੇ ਮਾਣਮੱਤੀ ਫਰਾਂਸੀਸੀ ਫੌਜ ਦੇ 6 ਦਿਨਾਂ ਵਿੱਚ ਹੀ ਛੱਕੇ ਛੁਡਾ ਕੇ ਫਰਾਂਸ 'ਤੇ ਕਬਜ਼ਾ ਕਰ ਲਿਆ ਸੀ। ਉਸ ਸਮੇਂ ਅਮਰੀਕੀ ਫੌਜ ਮੇਰੀ ਕਮਾਨ ਅਧੀਨ ਸਵੇਰੇ 4:40 'ਤੇ ਹਵਾਈ ਜਹਾਜ਼ਾਂ ਤੋਂ ਪੈਰਾਸ਼ੂਟਾਂ ਨਾਲ ਫਰਾਂਸ ਦੀ ਓਮਾਹਾ ਬੀਚ 'ਤੇ ਉਤਰੀ ਸੀ। ਉਸ ਵੇਲੇ ਮੈਨੂੰ ਕੋਈ ਫਰਾਂਸੀਸੀ ਨਜ਼ਰ ਨਹੀਂ ਸੀ ਆਇਆ ਜਿਸ ਨੂੰ ਮੈਂ ਆਪਣਾ ਪਾਸਪੋਰਟ ਵਿਖਾਉਂਦਾ। ਧੰਨਵਾਦ। ਪੇਸ਼ਕਸ਼। ਭਾਰਤ ਦੇ ਆਜ਼ਾਦ ਹੋਣ ਉਪਰੰਤ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਫੌਜ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਤਾਂ ਕਿ ਭਾਰਤੀ ਸੈਨਾ ਦੇ ਮੁਖੀ ਦੀ ਨਿਯੁਕਤੀ ਕੀਤੀ ਜਾ ਸਕੇ। ਨਹਿਰੂ ਨੇ ਕਿਹਾ ਸੀ, ਮੇਰਾ ਵਿਚਾਰ ਹੈ ਕਿ ਸਾਨੂੰ ਕਿਸੇ ਅੰਗਰੇਜ਼ ਨੂੰ ਭਾਰਤੀ ਫੌਜ ਦਾ ਮੁਖੀ ਨਿਯੁਕਤ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਭਾਰਤੀ ਫੌਜੀ ਅਫਸਰ ਨੂੰ ਫੌਜ ਦੀ ਕਮਾਨ ਸੰਭਾਲਣ ਦਾ ਤਜਰਬਾ ਨਹੀਂ ਹੈ। ਅੰਗਰੇਜ਼ਾਂ ਦੀ ਕਮਾਨ ਥੱਲੇ ਰਹਿਣ ਵਾਲੇ ਅਤੇ ਕੇਵਲ ਹਾਂ 'ਚ ਸਿਰ ਹਿਲਾਉਣ ਵਾਲੇ ਭਾਰਤੀ ਫੌਜੀ ਅਫਸਰਾਂ ਨੇ ਸਹਿਮਤੀ ਪ੍ਰਗਟਾਈ ਸੀ। ਉਸ ਵੇਲੇ ਨਹਿਰੂ ਨੇ ਫੌਜੀ ਅਫਸਰਾਂ ਨੂੰ ਪੁੱਛਿਆ, ਕਿਸੇ ਦਾ ਕੋਈ ਪ੍ਰਸ਼ਨ ਹੈ? ਉੱਥੇ ਹਾਜ਼ਰ ਕੇਵਲ ਇੱਕ ਫੌਜੀ ਅਫਸਰ ਨੱਥੂ ਸਿੰਘ ਰਾਠੌਰ ਨੇ ਕੁਝ ਕਹਿਣ ਲਈ ਆਗਿਆ ਮੰਗੀ। ਨਹਿਰੂ ਨੂੰ ਉਸ ਅਫਸਰ ਦਾ ਵਿਹਾਰ ਬਦਤਮੀਜ਼ੀ ਪ੍ਰਤੀਤ ਹੋਇਆ। ਨਹਿਰੂ ਜਲਦੀ ਚਿੜ ਜਾਂਦੇ ਸਨ। ਫਿਰ ਵੀ ਨਹਿਰੂ ਨੇ ਨੱਥੂ ਸਿੰਘ ਨੂੰ ਬੋਲਣ ਦੀ ਆਗਿਆ ਦੇ ਦਿੱਤੀ। ਰਾਠੌਰ ਨੇ ਨਿਮਰਤਾ ਨਾਲ ਪਰ ਸਪਸ਼ਟ ਆਵਾਜ਼ 'ਚ ਕਿਹਾ, ਸਰ ਸਾਡੇ ਦੇਸ਼ ਵਿੱਚ ਕਿਸੇ ਕੋਲ ਹਕੂਮਤ ਚਲਾਉਣ ਦਾ ਵੀ ਤਜਰਬਾ ਨਹੀਂ ਹੈ, ਸੋ ਕੀ ਸਾਨੂੰ ਕਿਸੇ ਅੰਗਰੇਜ਼ ਨੂੰ ਪ੍ਰਧਾਨ ਮੰਤਰੀ ਨਿਯੁਕਤ ਨਹੀਂ ਕਰ ਲੈਣਾ ਚਾਹੀਦਾ? ਇਸ ਗੱਲ ਨਾਲ ਹਾਲ ਵਿੱਚ ਸੰਨਾਟਾ ਛਾ ਗਿਆ। ਨਹਿਰੂ ਨੇ ਖਿੱਚ ਕੇ ਕਿਹਾ, ਕੀ ਤੁਸੀਂ ਭਾਰਤੀ ਫੌਜ ਦੇ ਪਹਿਲੇ ਜਰਨੈਲ ਲੱਗਣ ਲਈ ਤਿਆਰ ਹੋ? ਰਾਠੌਰ ਨੇ ਪੇਸ਼ਕਸ਼ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਸਾਡੇ ਕੋਲ ਜਨਰਲ ਕਰਿਆਪਾ ਹਨ
ਜਿਨ੍ਹਾਂ ਵਿੱਚ ਮੈਂ ਸਮਝਦਾ ਭਾਰਤੀ ਫੌਜ ਦੀ ਕਮਾਨ ਸੰਭਾਲਣ ਦੀ ਯੋਗਤਾ ਹੈ। ਨਹਿਰੂ ਨੇ ਰਾਠੌਰ ਦੀ ਕੜਿੱਕੀ 'ਚੋਂ ਨਿਕਲਣ ਦਾ ਯਤਨ ਕਰਦਿਆਂ ਕਰਿਆਪਾ ਨੂੰ ਭਾਰਤੀ ਫੌਜ ਦੇ ਜਰਨੈਲ ਅਤੇ ਨੱਥੂ ਸਿੰਘ ਰਾਠੌਰ ਨੂੰ ਲੈਫਟੀਨੈਂਟ ਜਰਨੈਲ ਨਿਯੁਕਤ ਕਰਨ ਦਾ ਐਲਾਨ ਕੀਤਾ। ਧੰਨਵਾਦ। ਮੁੱਲਵਾਨ ਜੀਵਨ। ਕਾਰਗਿਲ ਯੁੱਧ ਵਿੱਚ ਮੇਜਰ ਦਵਿੰਦਰ ਸਿੰਘ ਨੇ ਇੱਕ ਗੋਲਾ ਆਪਣੇ ਵੱਲ ਆਉਂਦਾ ਵੇਖਿਆ। ਉਹ ਮਿਲੀ ਸਿਖਲਾਈ ਅਨੁਸਾਰ ਜ਼ਮੀਨ 'ਤੇ ਲੇਟ ਗਿਆ ਅਤੇ ਕੇਵਲ 5 ਫੁੱਟ ਦੀ ਦੂਰੀ 'ਤੇ ਗੋਲਾ ਫਟਣ ਨਾਲ ਕੁਝ ਟੁਕੜੇ ਉਹਦੀ ਲੱਤ ਵਿੱਚ ਵੱਜੇ, ਜਿਨ੍ਹਾਂ ਕਾਰਨ ਉਹਦੀ ਲੱਤ ਵੱਢਣੀ ਪਈ ਸੀ। ਕਿਸੇ ਨੂੰ ਉਸ 'ਤੇ ਬਚਣ ਦੀ ਆਸ ਨਹੀਂ ਸੀ, ਪਰ ਮੇਜਰ ਦਵਿੰਦਰ ਸਿੰਘ ਪੂਰੇ ਹੌਸਲੇ ਵਿੱਚ ਸੀ। ਇਲਾਜ ਦੌਰਾਨ ਉਹ ਸ਼ੋਲੇ ਫਿਲਮ ਦੇ ਸੰਵਾਦ ਸੁਣਨ ਕਾਰਨ ਹੌਸਲੇ 'ਚ ਰਹਿਣ ਲੱਗ ਪਿਆ। ਭਾਵੇਂ ਉਹ ਠੀਕ ਹੋ ਗਿਆ ਸੀ, ਪਰ ਆਲੇ ਦੁਆਲੇ ਦੇ ਲੋਕ ਉਸ ਨਾਲ ਸਧਾਰਨ ਵਿਹਾਰ ਕਰਨ ਦੀ ਥਾਂ ਉਸ 'ਤੇ ਤਰਸ ਖਾਂਦੇ ਸਨ ਅਤੇ ਵਿਕਲਾਂਗ ਸਮਝਦੇ ਸਨ। ਅਜਿਹੇ ਲੋਕਾਂ ਨਾਲ ਨਜਿੱਠਣ ਦੇ 2 ਢੰਗ ਹੁੰਦੇ ਹਨ। ਪਹਿਲਾ ਢੰਗ ਲੋਕਾਂ ਨੂੰ ਦੱਸਣਾ ਸੀ ਕਿ ਉਹਨਾਂ ਦਾ ਵਿਹਾਰ ਵਾਜਿਬ ਨਹੀਂ ਸੀ। ਦੂਜਾ ਵਿਹਾਰ ਆਪਣੇ ਆਪ ਨੂੰ ਬਲਵਾਨ ਕਰਨਾ ਸੀ। ਮੇਜਰ ਦਵਿੰਦਰ ਸਿੰਘ ਨੇ ਦੂਜਾ ਢੰਗ ਅਪਣਾਇਆ। ਉਹ ਬਲੇਡ ਰਨਰ ਬਣ ਗਿਆ ਅਤੇ ਬਨਾਵਟੀ ਲੱਤ ਨਾਲ ਦੌੜਾਂ ਵਿੱਚ ਭਾਗ ਲੈਣ ਅਤੇ ਇਨਾਮ ਜਿੱਤਣ ਲੱਗ ਪਿਆ, ਜਿਸ ਕਾਰਨ ਪੂਰੀ ਤਰ੍ਹਾਂ ਤੰਦਰੁਸਤ ਇਸਤਰੀ ਪੁਰਸ਼ ਉਸ ਨਾਲ ਫੋਟੋ ਖਿਚਵਾਉਣ ਲਈ ਬੇਨਤੀਆਂ ਕਰਨ ਲੱਗ ਪਏ। ਇੱਕ ਲੈਕਚਰ ਵਿੱਚ ਉਸਨੇ ਕਿਹਾ, ਜੇ ਕੋਈ ਆਪਣੀ ਜ਼ਿੰਦਗੀ ਨੂੰ ਕੀਮਤੀ ਸਮਝੇ ਤਾਂ ਸੰਸਾਰ ਵੀ ਉਸਦੀ ਜ਼ਿੰਦਗੀ ਨੂੰ ਮੁੱਲਵਾਨ ਸਮਝਣ ਲੱਗ ਪੈਂਦਾ ਹੈ। ਧੰਨਵਾਦ। ਵਕਤ ਸਿਰ ਆਉਣਾ ਨਿਮਰਤਾ ਅਤੇ ਸਦਭਾਵਨਾ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਦੇਰ ਨਾਲ ਆਉਣ ਵਾਲੇ ਵਿਅਕਤੀ ਨੂੰ ਧਿਆਨ ਨਾਲ ਸੁਣਿਆ ਨਹੀਂ ਜਾਂਦਾ। ਮੰਤਰੀਆਂ ਨੂੰ ਲੋਕਾਂ ਦੇ ਵਕਤ ਦੀ ਪਰਵਾਹ ਨਹੀਂ ਹੁੰਦੀ, ਜਿਸ ਕਾਰਨ ਮੰਤਰੀ ਦੇ ਬੋਲਦਿਆਂ ਕਿਸੇ ਸਰੋਤੇ ਦੇ ਚਿਹਰੇ 'ਤੇ ਉਤਸ਼ਾਹ ਨਹੀਂ ਹੁੰਦਾ। ਸਾਰੇ ਉਡੀਕਦੇ ਹਨ ਕਿ ਉਹ ਬੋਝ ਪਤਾ ਨਹੀਂ ਕਦੋਂ ਉਤਰੇਗਾ। ਮੰਤਰੀ ਸਨਮਾਨਯੋਗ ਹੁੰਦਾ ਨਹੀਂ, ਉਸਨੇ ਆਪ ਹੀ ਸਨਮਾਨਯੋਗ ਹੋਣ ਦਾ ਭੁਲੇਖਾ ਸਿਰਜਿਆ ਹੁੰਦਾ ਹੈ। ਲੋਕ ਮਜਬੂਰੀ ਵੱਸ ਉਹਨਾਂ ਨੂੰ ਹਾਰ ਪਾਉਂਦੇ ਹਨ ਅਤੇ ਮੰਤਰੀਆਂ ਦੇ ਜਾਣ ਉਪਰੰਤ ਉਹਨਾਂ ਦੀ ਮੂਰਖਤਾ ਦੇ ਲਤੀਫੇ ਸੁਣਾ ਕੇ ਆਪਣਾ ਅਕੇਵਾਂ ਮਿਟਾਉਂਦੇ ਹਨ। ਧੰਨਵਾਦ। ਫੁੱਲ। ਜਵਾਨੀ ਇੱਕ ਦੌਰ ਦਾ ਨਾਂ ਹੁੰਦੀ ਹੈ, ਜਦੋਂ ਹਰ ਰੋਜ਼ ਕੁਝ ਨਵਾਂ ਵਾਪਰਦਾ ਹੈ ਅਤੇ ਹਰੇਕ ਦਿਨ ਨਵੀਂ ਮੁਹਿੰਮ ਹੁੰਦਾ ਹੈ। ਜੇ ਘਰ ਦੀ ਬਾਰੀ ਬਾਹਰ ਵੱਲ ਖੁੱਲ੍ਹਦੀ ਹੋਵੇ ਤਾਂ ਇੱਕ ਫਿਲਮ ਨਿਰੰਤਰ ਚੱਲਦੀ ਨਜ਼ਰ ਆਉਂਦੀ ਹੈ। ਹਰ ਗਲੀ ਮੁਹੱਲੇ 'ਚ ਜਵਾਨ ਹੁੰਦੇ ਹਨ। ਇੱਕ ਉਮਰ 'ਤੇ ਕੁੜੀਆਂ ਆਪਣੇ ਵਾਲਾਂ ਵਿੱਚ ਫੁੱਲ ਟੰਗਣ ਲੱਗ ਪੈਂਦੀਆਂ ਹਨ ਅਤੇ ਮੁੰਡਿਆਂ ਨੂੰ ਕੰਨੋ ਕੰਨੀ ਖਬਰ ਹੋ ਜਾਂਦੀ ਹੈ। ਉਹ ਆਪਣੇ ਕੰਨ ਨੇੜੇ ਫੁੱਲ ਟੰਗਦੀ ਸੀ ਅਤੇ ਗੁਆਂਢੀ ਸੇਠ ਦੇ ਮੁੰਡੇ ਕੈਲਾਸ਼ ਵੱਲ ਅੱਡੀਆਂ ਚੁੱਕ ਕੇ ਵੇਖਦੀ ਸੀ। ਫੁੱਲ ਕੈਲਾਸ਼ ਨੂੰ ਪੈਗਾਮ ਸੀ, ਹਨੇਰਾ ਪੈਣ 'ਤੇ ਮੰਦਰ ਦੇ ਬਹਾਨੇ ਆਵਾਂਗੀ, ਮਿਲਾਂਗੇ ਪਿੱਪਲ ਦੇ ਥੱਲੇ, ਬੰਦ ਭੱਠੇ ਦੇ ਕੋਲ। ਮਿਲਣੀਆਂ ਦਾ ਪ੍ਰਬੰਧ ਕਰਨ ਵਿੱਚ ਕੁੜੀਆਂ ਬੜੀਆਂ ਮਾਹਿਰ ਹੁੰਦੀਆਂ ਹਨ। ਮਿਲਣੀ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਲੜਕੀ ਨੂੰ ਦਿਓ, ਉਹ ਸਾਰਾ ਪ੍ਰਬੰਧ ਕਰ ਦੇਗੀ। ਇਸ ਮਾਮਲੇ ਵਿੱਚ ਮੁੰਡਿਆਂ ਨੂੰ ਕੁੜੀਆਂ ਦੀ ਗੱਲ ਅੱਖਾਂ ਬੰਦ ਕਰਕੇ ਮੰਨਣੀ ਚਾਹੀਦੀ ਹੈ। ਫੁੱਲ ਦੀ ਗੈਰ ਹਾਜ਼ਰੀ ਦੱਸਦੀ ਸੀ ਮਿਲਣਾ ਸੰਭਵ ਨਹੀਂ। ਫੁੱਲ ਵੇਖਣ ਲਈ ਕੈਲਾਸ਼ ਇੱਧਰੋਂ ਉੱਧਰ ਗੇੜੇ ਮਾਰਦਾ ਰਹਿੰਦਾ ਸੀ। ਫੁੱਲ ਕੈਲਾਸ਼ ਦੀ ਜ਼ਿੰਦਗੀ ਦਾ ਚਾਨਣ ਮੁਨਾਰਾ ਸੀ। ਧੰਨਵਾਦ। ਮੋਹਰਾਂ ਦੀ ਥੈਲੀ। ਇੱਕ ਬਾਦਸ਼ਾਹ ਨੇ ਮਜ਼ਬੂਤ ਕਿਲ੍ਹਾ ਬਣਵਾਇਆ, ਜਿਸ ਅੰਦਰ ਕਿਸੇ ਵੀ ਦੁਸ਼ਮਣ ਦਾ ਦਾਖਲ ਹੋਣਾ ਸੰਭਵ ਨਹੀਂ ਸੀ। ਇੱਕ ਦਿਨ ਦਰਬਾਰ ਵਿੱਚ ਕਿਲ੍ਹਿਆਂ ਦੀਆਂ ਗੱਲਾਂ ਚੱਲ ਪਈਆਂ। ਇੱਕ ਵਜ਼ੀਰ ਨੇ ਕਿਹਾ ਕਿ ਸੁਰੱਖਿਆ ਕਿਲ੍ਹੇ ਦੀਆਂ ਮਜ਼ਬੂਤ ਕੰਧਾਂ ਅਤੇ ਉੱਚੇ ਮੀਨਾਰਾਂ 'ਤੇ ਨਿਰਭਰ ਨਹੀਂ ਕਰਦੀ। ਇਹ ਅਸਲ ਵਿੱਚ ਕਿਲ੍ਹੇ ਦੀ ਹਿਫਾਜ਼ਤ ਕਰਨ ਵਾਲੇ ਪਹਿਰੇਦਾਰਾਂ 'ਤੇ ਨਿਰਭਰ ਕਰਦੀ ਹੈ। ਇਸ ਕਥਨ ਨੇ ਬਾਦਸ਼ਾਹ ਨੂੰ ਸੋਚਣ ਲਾ ਦਿੱਤਾ। ਇੱਕ ਰਾਤ ਬਾਦਸ਼ਾਹ ਅਤੇ ਉਸਦਾ ਉਹ ਗੱਲ ਕਹਿਣ ਵਾਲਾ ਵਜ਼ੀਰ ਬਾਹਰੋਂ ਭੇਸ ਵਟਾ ਕੇ ਕਿਲ੍ਹੇ ਦੇ ਦਰਵਾਜ਼ੇ 'ਤੇ ਆਏ ਤਾਂ ਪਹਿਰੇਦਾਰ ਨੇ ਰੋਕ ਲਿਆ। ਦੋਹਾਂ ਨੇ ਕਿਹਾ, ਸਾਨੂੰ ਅੰਦਰ ਕੰਮ ਹੈ, ਜਾਣ ਦਿਓ। ਪਹਿਰੇਦਾਰਾਂ ਨੇ ਕਿਹਾ, ਨਹੀਂ ਜਾ ਸਕਦੇ, ਬਾਦਸ਼ਾਹ ਤੋਂ ਆਗਿਆ ਲੈਣੀ ਪਏਗੀ। ਦੋਹਾਂ ਨੇ 5 ਪਹਿਰੇਦਾਰਾਂ ਨੂੰ ਸੋਨੇ ਦੀਆਂ 5 ਮੋਹਰਾਂ ਦੀ ਪੇਸ਼ਕਸ਼ ਕੀਤੀ।
ਪਰ 5 ਮੋਹਰਾਂ ਪ੍ਰਵਾਨ ਨਾ ਹੋਈਆਂ। ਦੋਹਾਂ ਨੇ 5 ਨੂੰ ਮੋਹਰਾਂ ਦੀ ਥੈਲੀ ਹੀ ਦੇ ਦਿੱਤੀ। ਪਹਿਰੇਦਾਰਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਇੱਕ ਛੋਟੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਅੰਦਰ ਲੰਘਾ ਦਿੱਤਾ। ਵਜ਼ੀਰ ਨੇ ਚੁੱਪ ਕਰਕੇ ਸਭ ਕੁਝ ਵੇਖ ਰਹੇ ਬਾਦਸ਼ਾਹ ਨੂੰ ਕਿਹਾ ਕਿ ਮੋਹਰਾਂ ਦੀ ਥੈਲੀ ਕਿਲ੍ਹੇ ਨਾਲੋਂ ਵਧੇਰੇ ਮਜ਼ਬੂਤ ਹੈ। ਧੰਨਵਾਦ। ਸਹੀ ਵਿਹਾਰ। ਵਿਆਹ ਤੋਂ ਕਈ ਵਰ੍ਹੇ ਮਗਰੋਂ ਪਤਨੀ ਨੂੰ ਖਿਆਲ ਆਇਆ ਕਿ ਜੇ ਮੈਂ ਆਪਣੇ ਪਤੀ ਨੂੰ ਛੱਡ ਜਾਵਾਂ ਤਾਂ ਉਹ ਕਿਵੇਂ ਮਹਿਸੂਸ ਕਰੇਗਾ। ਉਸਨੇ ਇੱਕ ਕਾਗਜ਼ 'ਤੇ ਲਿਖਿਆ, ਤੁਹਾਡੇ ਨਾਲ ਰਹਿ ਰਹਿ ਕੇ ਅੱਕ ਗਈ ਹਾਂ, ਹੁਣ ਮੈਂ ਹੋਰ ਨਹੀਂ ਰਹਿ ਸਕਦੀ, ਇਸ ਲਈ ਛੱਡ ਕੇ ਜਾ ਰਹੀ ਹਾਂ। ਇਹ ਕਾਗਜ਼ ਪਤੀ ਦੇ ਮੇਜ਼ 'ਤੇ ਰੱਖ ਕੇ ਉਹ ਆਪ ਡਬਲ ਬੈੱਡ ਥੱਲੇ ਲੁਕ ਗਈ। ਪਤੀ ਆਇਆ, ਪੜ੍ਹਿਆ, ਇੱਧਰ ਉੱਧਰ ਵੇਖਿਆ, ਫਿਰ ਸੀਟੀ ਵਜਾ ਕੇ ਨੱਚਣ ਲੱਗ ਪਿਆ। ਫੋਨ 'ਤੇ ਕਿਸੇ ਸ਼ੀਲਾ ਨੂੰ ਕਿਹਾ ਕਿ ਅੱਜ ਮੈਂ ਮੁਕਤ ਹੋ ਗਿਆ ਹਾਂ। ਉਸ ਨੂੰ ਆਪੇ ਹੀ ਪਤਾ ਲੱਗ ਗਿਆ ਹੈ ਕਿ ਉਹ ਮੇਰੇ ਲਾਇਕ ਨਹੀਂ। ਇਸ ਮੁਕਤੀ ਦਾ ਜਸ਼ਨ ਮਨਾਉਣ ਲਈ ਤੂੰ ਸਾਹਮਣੇ ਵਾਲੇ ਪਾਰਕ 'ਚ ਆ ਜਾ। ਉਸਨੇ ਪਤਨੀ ਵਾਲੇ ਕਾਗਜ਼ 'ਤੇ ਕੁਝ ਲਿਖਿਆ ਅਤੇ ਕਾਗਜ਼ ਰੱਖ ਕੇ ਬਾਹਰ ਚਲਾ ਗਿਆ। ਪਤਨੀ ਭਰੀਆਂ ਅੱਖਾਂ ਨਾਲ ਥੱਲੋਂ ਬਾਹਰ ਨਿਕਲੀ, ਕੰਬਦੇ ਹੱਥਾਂ ਨਾਲ ਕਾਗਜ਼ ਫੜਿਆ। ਲਿਖਿਆ ਸੀ, ਤੇਰੇ ਪੈਰ ਬੈੱਡ ਵੱਲੋਂ ਦਿਸ ਰਹੇ ਸਨ, ਤੂੰ ਚਾਹ ਬਣਾ, ਮੈਂ ਪਾਰਕ ਦੇ ਪਾਰ ਮੋਟੇ ਹਲਵਾਈ ਤੋਂ ਸਮੋਸੇ ਅਤੇ ਜਲੇਬੀਆਂ ਲੈ ਆਵਾਂ। ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤੇਰੇ ਹੋਣ ਕਰਕੇ ਹਨ। ਅੱਧੀਆਂ ਤੈਨੂੰ ਨਾਰਾਜ਼ ਕਰਨ ਵਿੱਚ ਹਨ, ਅੱਧੀਆਂ ਤੈਨੂੰ ਮਨਾਉਣ ਕਰਕੇ ਹਨ। ਧੰਨਵਾਦ। ਸੌਦੇਬਾਜ਼ੀ। ਉਹ ਬਾਜ਼ਾਰ ਵਿੱਚੋਂ ਕਾਰ 'ਤੇ ਲੰਘ ਰਹੀ ਸੀ। ਇੱਕ ਰੇਹੜੀ 'ਤੇ ਅੱਧਖੜ ਉਮਰ ਦਾ ਗਰੀਬ ਵਿਅਕਤੀ ਕੇਲੇ ਵੇਚ ਰਿਹਾ ਸੀ। ਪੁੱਛਿਆ, ਕੇਲਿਆਂ ਦਾ ਭਾਅ ਕੀ ਸੀ? 5 ਰੁਪਏ ਦਾ ਇੱਕ ਕੇਲਾ। 25 ਰੁਪਏ ਦੇ 6 ਦੇਵੇਂ ਤਾਂ ਮੈਂ ਲਵਾਂਗੀ। ਰੇਹੜੀ ਵਾਲੇ ਨੇ ਮਜਬੂਰੀ ਵਾਲੇ ਸ਼ਬਦਾਂ ਨਾਲ ਕਿਹਾ, ਲੈ ਲਓ, ਅੱਜ ਕੋਈ ਗਾਹਕ ਹੀ ਨਹੀਂ ਆਇਆ। 25 ਰੁਪਏ ਦੇ 6 ਕੇਲੇ ਲੈ ਕੇ ਉਸਨੂੰ ਜੇਤੂ ਹੋਣ ਦਾ ਅਹਿਸਾਸ ਹੋ ਰਿਹਾ ਸੀ। ਅੱਜ ਉਹ ਆਪਣੀਆਂ ਸਹੇਲੀਆਂ ਨਾਲ ਇੱਕ ਹੋਟਲ 'ਚ ਚਾਹ ਪੀਣ ਜਾ ਰਹੀ ਸੀ। 1400 ਰੁਪਏ ਦਾ ਬਿੱਲ ਸੀ। 1500 ਦਿੱਤੇ। ਬਹਿਰਾ 100 ਰੁਪਏ ਵਾਪਸ ਲੈ ਕੇ ਆਇਆ। ਬਹਿਰੇ ਨੂੰ ਕਿਹਾ, ਇਹ ਤੂੰ ਰੱਖ ਲੈ। ਅਸੀਂ ਲੋੜਵੰਦਾਂ ਗਰੀਬਾਂ ਤੋਂ ਕੁਝ ਖਰੀਦਿਆ, ਭਾਅ ਕਿਉਂ ਘਟਾਉਣ ਲੱਗ ਪੈਂਦੇ ਹਾਂ? ਕੀ ਇਸ ਨਾਲ ਸਾਨੂੰ ਆਪਣੀ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਹੁੰਦਾ ਹੈ? ਅਸੀਂ ਉਹਨਾਂ ਨਾਲ ਹੀ ਮਿਹਰਬਾਨ ਕਿਉਂ ਹੁੰਦੇ ਹਾਂ ਜਿਨ੍ਹਾਂ ਨੂੰ ਸਾਡੀ ਮਿਹਰਬਾਨੀ ਦੀ ਲੋੜ ਨਹੀਂ ਹੁੰਦੀ? ਹੋ ਸਕਦਾ ਉਸ ਕੇਲਿਆਂ ਵਾਲੇ ਨੇ ਆਪਣੀਆਂ 100 ਲੋੜਾਂ ਪੂਰੀਆਂ ਕਰਨੀਆਂ ਹੋਣ, ਆਪਣੀ ਧੀ ਵਿਆਹੁਣੀ ਹੋਵੇ, ਪਤਨੀ ਦਾ ਇਲਾਜ ਕਰਾਉਣਾ ਹੋਵੇ। ਬਹਿਰੇ ਸਾਹਮਣੇ ਵਿਖਾਈ ਉਦਾਰਤਾ ਕੇਲਿਆਂ ਵਾਲੇ ਦੇ ਸਾਹਮਣੇ ਕਮੀਨਗੀ ਕਿਵੇਂ ਬਣ ਗਈ? ਗਰੀਬ ਆਦਮੀ ਨੂੰ ਮਹਿੰਗੀ ਕਰਕੇ ਚੀਜ਼ ਵੇਚਣੀ ਆਉਂਦੀ ਨਹੀਂ। ਗਰੀਬ ਆਦਮੀ ਨਾਲ ਕਦੇ ਸੌਦੇਬਾਜ਼ੀ ਨਾ ਕਰੋ, ਕਿਉਂਕਿ ਉਸ ਨੂੰ ਪਹਿਲਾਂ ਹੀ ਬੜੇ ਘਾਟੇ ਪੈ ਚੁੱਕੇ ਹੁੰਦੇ ਹਨ। ਉਸ ਦੀਆਂ ਅਸੀਸਾਂ ਕਮਾਓ। ਧੰਨਵਾਦ। ਗਾਹਕ ਦਾ ਹਿੱਤ। ਕੰਪਨੀ ਦੇ ਪ੍ਰਤੀਨਿਧ ਨੇ ਇੱਕ ਵੱਡੇ ਪਤਵੰਤੇ ਉਦਯੋਗਪਤੀ ਗਾਹਕ ਨੂੰ ਮਿਲਣ ਵਾਸਤੇ ਵਕਤ ਦੇਣ ਲਈ ਕਿਹਾ। ਪਤਵੰਤੇ ਵਿਅਕਤੀ ਨੇ ਕਿਹਾ, ਮੈਂ ਰੁੱਝਿਆ ਹੋਇਆ, ਮਿਲਣਾ ਸੰਭਵ ਨਹੀਂ। ਪ੍ਰਤੀਨਿਧ ਨੇ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਹੀ ਇਸ ਲਈ ਚਾਹੁੰਦਾ ਕਿ ਤੁਹਾਨੂੰ ਅਨੇਕਾਂ ਰੁਝੇਵੇਂ ਹਨ। ਸਾਡਾ ਆਪਸ ਵਿੱਚ ਮਿਲਣਾ ਤੁਹਾਡੇ ਰੁਝੇਵਿਆਂ ਵਿੱਚ ਮਦਦਗਾਰ ਹੋਏਗਾ। ਮਿਲਣ ਦਾ ਵਕਤ ਮਿਲ ਗਿਆ, ਕਿਉਂਕਿ ਪ੍ਰਤੀਨਿਧ ਨੇ ਆਪਣੇ ਹਿੱਤ ਦੀ ਨਹੀਂ, ਗਾਹਕ ਦੇ ਹਿੱਤ ਨੂੰ ਪਹਿਲ ਦੇਣ ਦੀ ਨੀਤੀ ਅਪਣਾਈ ਸੀ। ਧੰਨਵਾਦ। ਮਨ ਦੀ ਤਾਕਤ। ਜਿਹੜੇ ਮਰੀਜ਼ਾਂ ਦੇ ਪੁਰਾਣੇ ਰੋਗ ਕਰਾਮਾਤਾਂ ਵਾਂਗ ਠੀਕ ਹੋ ਜਾਂਦੇ ਹਨ, ਉਹ ਧੂਫ, ਅਗਰਬੱਤੀ ਜਾਂ ਕਿਸੇ ਥਾਂ ਇਸ਼ਨਾਨ ਜਾਂ ਕੁਝ ਅਜਿਹਾ ਕਰਨ ਨਾਲ ਠੀਕ ਨਹੀਂ ਹੁੰਦੇ। ਉਹ ਇਸ ਵਿਸ਼ਵਾਸ ਨਾਲ ਠੀਕ ਹੋ ਜਾਂਦੇ ਹਨ ਕਿ ਹੁਣ ਮੈਨੂੰ ਠੀਕ ਹੋਣ ਦੀ ਲੋੜ ਹੈ, ਠੀਕ ਹੋ ਕੇ ਮੈਂ ਇਹ ਤੇ ਉਹ ਕੰਮ ਕਰਨਾ ਹੈ। ਉਹਨਾਂ ਦਾ ਉਸਾਰੂ ਮਨ ਉਹਨਾਂ ਨੂੰ ਠੀਕ ਕਰਦਾ ਹੈ। ਧੰਨਵਾਦ। ਸੀਮਾਵਾਂ। ਸਮਾਜ ਦੀ ਸ਼ਕਤੀ ਮਨੁੱਖ ਨੂੰ ਵਿਸ਼ੇਸ਼ ਢੰਗ ਨਾਲ ਵਿਹਾਰ ਕਰਨ ਲਈ ਮਜਬੂਰ ਕਰਦੀ ਹੈ। ਇਸ ਮਜਬੂਰੀ ਕਾਰਨ ਪਰੇਸ਼ਾਨੀ, ਤਣਾਅ ਅਤੇ ਨਿਰਾਸ਼ਤਾ ਹੈ। ਲੱਖਾਂ ਹਨ ਜਿਹੜੇ ਜਿੱਥੇ ਰਹਿ ਰਹੇ ਹਨ ਉੱਥੇ ਰਹਿਣਾ ਨਹੀਂ ਚਾਹੁੰਦੇ।
ਉਹਨਾਂ ਨਾਲ ਰਹਿ ਰਹੇ ਹਨ ਜਿਨ੍ਹਾਂ ਨੂੰ ਉਹ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ। ਜਿਹੜਾ ਕੰਮ ਉਹ ਕਰਦੇ ਹਨ ਉਹ ਕਰਨਾ ਨਹੀਂ ਚਾਹੁੰਦੇ। ਸੁਤੰਤਰਤਾ ਬੜੇ ਸੀਮਿਤ ਜਿਹੇ ਖੇਤਰ ਵਿੱਚ ਵਾਪਰਦੀ ਹੈ। ਹੁਣ ਤਾਂ ਤੁਸੀਂ ਆਪਣੀ ਪਸੰਦ ਦੀ ਦਾਲ ਸਬਜ਼ੀ ਵੀ ਨਹੀਂ ਖਾ ਸਕਦੇ। ਤੁਹਾਡੀ ਜੇਬ ਰੋਕਦੀ ਹੈ। ਤੁਸੀਂ ਕਿਸੇ ਵੀ ਬਾਜ਼ਾਰ ਜਾਣ ਲਈ ਸੁਤੰਤਰ ਹੋ, ਪਰ ਹਰੇਕ ਦੁਕਾਨ 'ਚ ਜਾਣ ਲਈ ਸੁਤੰਤਰ ਨਹੀਂ। ਹਰੇਕ ਵਿਅਕਤੀ ਆਪਣੀਆਂ ਸੀਮਾਵਾਂ 'ਚ ਬੰਨ੍ਹਿਆ ਹੋਇਆ ਹੈ, ਇਸ ਲਈ ਪਰੇਸ਼ਾਨ ਹੈ, ਉਦਾਸ ਹੈ, ਉਪਰਾਮ ਹੈ। ਧੰਨਵਾਦ। ਬੁਰੇ ਭਲੇ। ਇੱਕ ਵਾਰੀ ਪਤੀ ਪਤਨੀ ਵਿਚਕਾਰ ਗੱਲਾਂ ਕਰਦਿਆਂ ਬੰਦਾ ਬਹਾਦਰ ਦੀ ਗੱਲ ਚੱਲ ਪਈ। ਅਜਿਹੀ ਗੱਲਬਾਤ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਗੱਲਾਂ ਹੋਣੀਆਂ ਹੀ ਸਨ। ਪਤੀ ਕਹਿ ਰਿਹਾ ਸੀ, ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਹਨੇਰੀ ਵਾਂਗ ਪੰਜਾਬ 'ਚ ਝੁੱਲਿਆ। ਪਤੀ ਦੀ ਆਵਾਜ਼ ਵਿੱਚ ਜੋਸ਼ ਸੀ। ਜੋ ਅੜਿਆ ਸੋ ਝੜਿਆ, ਸਰਹੰਦ ਦੀ ਤਾਂ ਉਹਨੇ ਇੱਟ ਨਾਲ ਇੱਟ ਖੜਕਾ ਦਿੱਤੀ। ਜ਼ਾਲਮ ਸ਼ਹਿਰ ਦੀਆਂ ਤਾਂ ਨੀਹਾਂ ਤੱਕ ਉਖਾੜ ਦਿੱਤੀਆਂ। ਜੋ ਬੱਚਾ ਵੱਡਾ ਸਾਹਮਣੇ ਆਇਆ ਉਹ ਤਹਿ ਤੇਗ ਕਰ ਦਿੱਤਾ। ਪਤੀ ਦਾ ਜੋਸ਼ੀਲਾ ਬਿਆਨ ਜਾਰੀ ਸੀ। ਸੁਣ ਰਹੀ ਪਤਨੀ ਗੰਭੀਰ ਹੋ ਗਈ। ਉਹਦੇ ਚਿਹਰੇ ਦਾ ਰੰਗ ਕਪਾਹ ਵਰਗਾ ਹੋ ਗਿਆ। ਮਰਦੀ ਜਾਂਦੀ ਆਵਾਜ਼ 'ਚੋਂ ਬੋਲੀ, ਕੀ ਬੰਦੇ ਨੇ ਸਰਹੰਦ ਦਾ ਕੁਝ ਨਾ ਛੱਡਿਆ? ਛੱਡਣਾ ਗਈ ਸੀ। ਵਜ਼ੀਰ ਖਾਨ ਨੇ ਕਿਧਰੇ ਘੱਟ ਕਹਿਰ ਗੁਜ਼ਾਰਿਆ ਸੀ। ਮੈਂ ਕਹਿੰਦੀ ਹਾਂ, ਜਿਨ੍ਹਾਂ ਕਹਿਰ ਢਾਇਆ ਉਹਨਾਂ ਦਾ ਭਾਵੇਂ ਕੁਤਰਾ ਕੁਤਰਾ ਕਰ ਦਿੰਦਾ, ਪਰ ਸਰਹੰਦ ਵਿੱਚ ਕੁਝ ਭਲੇ ਲੋਕ ਵੀ ਤਾਂ ਰਹਿੰਦੇ ਹੋਣਗੇ। ਉਹਨਾਂ ਦੇ ਬਾਲ ਬੱਚੇ ਵੀ ਨੇਜ਼ਿਆਂ 'ਤੇ ਟੰਗੇ ਗਏ। ਜਦੋਂ ਤੇਗ ਤਲਵਾਰ ਚੱਲਦੀ ਹੈ ਤਾਂ ਪੁੱਛਣ ਦੀ ਵਿਹਲ ਨਹੀਂ ਹੁੰਦੀ ਕਿ ਅਗਲਾ ਗਾਟਾ ਕਿਸ ਭਲੇ ਦਾ ਲਏਗਾ ਕਿ ਕਿਸ ਬੁਰੇ ਦਾ ਉਤਰੇਗਾ। ਇਹ ਤਾਂ ਫਿਰ ਬਿਲਕੁਲ ਹੀ ਗਲਤ ਗੱਲ ਹੋਈ। ਇਸ ਤੋਂ ਅੱਗੇ ਪਤਨੀ ਕੋਲ ਕੁਝ ਕਹਿਣ ਦੀ ਹਿੰਮਤ ਨਹੀਂ ਸੀ। ਉਸ ਦੀਆਂ ਅੱਖਾਂ 'ਚ ਹੰਝੂ ਤੈਰ ਰਹੇ ਸਨ। ਉਹਦੇ ਹਿਰਦੇ ਵਿਚਲੀ ਮਮਤਾ ਨੇ ਹੱਕ ਮਾਰੇ ਗਏ ਲੋਕਾਂ ਤੇ ਕੋਹੇ ਗਏ ਬੱਚਿਆਂ ਦੇ ਦਰਦ ਵਿੱਚ ਕੁਰਲਾ ਰਹੀ ਸੀ। ਧੰਨਵਾਦ। ਮੋਨਾਲੀਜ਼ਾ ਲਿਓਨਾਰਦੋ ਦਾ ਸਭ ਤੋਂ ਵੱਧ ਚਰਚਿਤ ਚਿੱਤਰ ਹੈ। ਮੋਨਾਲੀਜ਼ਾ ਜਿੰਨਾ ਹੀ ਪ੍ਰਸਿੱਧ ਚਿੱਤਰ ਈਸਾ ਦਾ 13 ਨਾਲ ਅੰਤਲਾ ਭੋਜ ਹੈ। ਇਹਨਾਂ 13 ਵਿੱਚ ਜੁਡਾਸ ਵੀ ਸੀ, ਜਿਸ ਦੀ ਅਕਿਰਤ ਘਣਤਾ ਅਤੇ ਮੁਖਬਰੀ ਨੇ ਈਸਾ ਨੂੰ ਸੂਲੀ ਟੰਗਵਾਇਆ ਸੀ, ਜਿਸ ਕਾਰਨ ਈਸਾਈ ਜਗਤ ਵਿੱਚ 13 ਦਾ ਹਿੰਸਾ ਮਨਹੂਸ ਹੈ। ਲਿਓਨਾਰਦੋ ਨੂੰ ਰਾਜੇ ਵਜੋਂ ਜਾਣੇ ਜਾਂਦੇ ਡਿਊਕ ਨੇ ਇਹ ਚਿੱਤਰ ਤਿਆਰ ਕਰਨ ਲਈ ਕਿਹਾ ਸੀ। ਲਿਓਨਾਰਦੋ ਨੂੰ ਈਸਾ ਨੂੰ ਧੋਖਾ ਦੇਣ ਵਾਲੇ ਜੁਡਾਸ ਦਾ ਚਿਹਰਾ ਚਿੱਤਰਨ ਲਈ ਸਹੀ ਮਾਡਲ ਨਹੀਂ ਸੀ ਲੱਭ ਰਿਹਾ। ਉਹ ਮਿਲਾਨ ਸ਼ਹਿਰ ਦੀਆਂ ਗੰਦੀਆਂ ਬਸਤੀਆਂ 'ਚ ਗਿਆ, ਜਿੱਥੇ ਉਸਨੇ ਝਟਕਈਆਂ ਤੇ ਜਲਾਦਾਂ ਦੇ ਚਿਹਰਿਆਂ ਨੂੰ ਵੇਖਿਆ। ਕਈ ਚਿਹਰਿਆਂ ਦਾ ਪਿੱਛਾ ਕਰਦਾ ਕਰਦਾ ਉਹ ਬੜੀ ਦੂਰ ਨਿਕਲ ਜਾਇਆ ਕਰਦਾ ਸੀ। ਉਸਨੇ ਤਿਊੜੀ ਵਾਲੇ, ਨਫ਼ਰਤ ਵਾਲੇ, ਪੀੜਤ ਅਤੇ ਕਰੂਪ ਚਿਹਰੇ ਗਲੀਆਂ ਮੁਹੱਲਿਆਂ 'ਚੋਂ ਲੱਭਣ ਦਾ ਯਤਨ ਕੀਤਾ। ਲਿਓਨਾਰਦੋ ਨੇ ਕਈ ਸਾਲ ਜੁਡਾਸ ਦੇ ਚਿਹਰੇ ਦੀ ਤਲਾਸ਼ ਕੀਤੀ। ਚਿੱਤਰ ਦੀ ਵਿਉਂਤ ਸਪਸ਼ਟ ਸੀ। ਸਮੱਸਿਆ ਇੱਕ ਚਿਹਰੇ ਦੀ ਸੀ। ਡਿਊਕ ਚਿੱਤਰ ਮੁਕੰਮਲ ਕਰਨ ਲਈ ਬਾਰ-ਬਾਰ ਕਹਿ ਰਿਹਾ ਸੀ। ਕਈ ਸਾਲਾਂ ਦੀ ਭਟਕਣ ਉਪਰੰਤ ਜਿਸ ਚਿਹਰੇ ਦੀ ਤਲਾਸ਼ ਸੀ, ਉਹ ਚਿਹਰਾ ਇੱਕ ਸ਼ਰਾਬਖਾਨੇ 'ਚੋਂ ਮਿਲ ਗਿਆ ਸੀ ਅਤੇ ਉਸੇ ਮਹੀਨੇ ਈਸਾ ਨਾਲ ਸੰਬੰਧਿਤ ਵਿਸ਼ਵ ਚਿੱਤਰ ਮੁਕੰਮਲ ਹੋ ਗਿਆ ਸੀ। ਧੰਨਵਾਦ।